ਅਸੀਂ ਹੁਣ ਆ ਗਏ ਹਾਂ ਜੀ ਹਰੀਕੇ ਵੈਟਲੈਂਡ ਪਿੱਛੇ ਸਾਡੇ ਬੈਕਗਰਾਊਂਡ 'ਚ ਦਿਖ ਰਿਹਾ। ਅਤੇ ਇੱਥੇ ਸਤਲੁਜ ਦਾ ਅਤੇ ਬਿਆਸ ਨਦੀ ਦਾ ਜਿਹੜਾ ਕੌਨਫਲੂਐਂਸ ਹੈ, ਜਿਹੜਾ ਮੀਟਿੰਗ ਪੁਆਇੰਟ ਹੈ ਜੀ। ਅਤੇ ਇੱਧਰਲੇ ਪਾਸੋਂ ਜੀ ਬਿਆਸ ਆ ਰਹੀ ਹੈ ਨਦੀ, ਅਤੇ ਸਾਹਮਣੇ ਜੇ ਤੁਸੀਂ ਦੇਖ ਪਾਉਂਦੇ ਹੋ ਤਾਂ ਉੱਧਰੋਂ ਸਤਲੁਜ ਨਦੀ ਜਿਹੜੀ ਹੈ ਇੱਥੇ ਆ ਕੇ ਮਿਲਦੀ ਆ। ਅਤੇ ਇਹਨਾਂ ਦਾ ਕੌਨਫਲੂਐਂਸ ਜਿਹੜਾ ਬਿਲਕੁਲ ਇੱਥੇ ਜੀ ਆ ਕੇ ਕਿਤੇ ਹੁੰਦਾ। ਇਸ ਤੋਂ ਗਾਹਾਂ ਫਿਰ ਦੱਖਣ ਵਾਲੇ ਪਾਸੇ ਨੂੰ ਜਾਂ ਪੱਛਮ ਵਾਲੇ ਪਾਸੇ ਨੂੰ ਇੱਥੋਂ ਇੰਦਰਾ ਕਨਾਲ ਜਿਹੜੀ ਹੈ ਉਹ ਨਿਕਲ ਕੇ ਜਾਂਦੀ ਹੈ ਜੀ ਰਾਜਸਥਾਨ ਦੇ ਥਾਰ ਡੈਜ਼ਰਟ ਤੱਕ। ਅਤੇ ਇਹ ਪਾਣੀ ਹੈ ਜਿਹੜਾ ਇਹ ਕਾਫੀ ਸਾਲਾਂ ਤੋਂ ਇੱਥੋਂ ਡਾਇਵਰਟ ਹੁੰਦਾ ਆ। ਅਤੇ ਜੇ ਅਸੀਂ ਧਿਆਨ ਨਾਲ ਜੇ ਕਦੀ ਦੇਖੀਏ, ਜਿਹੜੇ ਲੋਕ ਇੱਥੇ ਰਹਿੰਦੇ ਨੇ, ਜਾਂ ਅਸੀਂ ਕਦੀ ਗੂਗਲ ਮੈਪ 'ਤੇ ਜਾਂ ਕਿਤੇ ਹੋਰ ਦੇਖੀਏ, ਤਾਂ ਬਿਆਸ ਵਾਲੇ ਪਾਸੇ ਜਿਹੜਾ ਪਾਣੀ ਹੈ ਉਹ ਕਾਫੀ ਹੱਦ ਤੱਕ ਜਿਹੜਾ ਗੰਦਲੇ ਰੰਗ ਦਾ ਰਹਿੰਦਾ ਹੈ, ਪਰ ਇਹਦੇ ਵਿੱਚ ਕੋਈ ਐਸੀ ਕੈਮੀਕਲ ਝੱਗ ਜਾਂ ਜਿਹੜੀ ਦਿਖਣਯੋਗ ਪੋਲਿਊਸ਼ਨ ਜਿਹੜਾ ਉਹ ਨਜ਼ਰ ਨਹੀਂ ਆਉਂਦਾ। ਪਰ ਦੂਜੇ ਪਾਸੇ ਬਿਲਕੁਲ ਇਸ ਤੋਂ ਉਲਟ ਜਿਹੜਾ ਸਤਲੁਜ ਨਦੀ ਦਾ ਸਟ੍ਰੈਚ ਹੈ ਉਹ 'ਤੇ ਬਹੁਤ ਜ਼ਿਆਦਾ ਤੁਹਾਨੂੰ ਗੰਦਲਾਪਣ ਅਤੇ ਕਾਲਾ ਪਾਣੀ, ਉਹਦੇ 'ਚ ਕਈ ਤਰ੍ਹਾਂ ਦੀਆਂ ਜਿਹੜੀ ਝੱਗ ਹੈ ਪਾਣੀ ਵਿੱਚ ਜਾਂ ਬਰੋਥ ਜਿਹਨੂੰ ਕਹਿ ਦਾਂਗੇ, ਉਹ ਨਜ਼ਰ ਆਉਂਦੀ ਹੈ। ਜਿਹੜੀ ਇੰਦਰਾ ਕਨਾਲ ਇਸ ਬਰਾਜ ਤੋਂ ਪਰੇ ਨੂੰ ਨਿਕਲਦੀ ਹੈ, ਜਿਹੜੀ ਹਿੰਦੁਸਤਾਨ ਦੀ ਸਭ ਤੋਂ ਲੰਬੀ ਕਨਾਲ ਹੈ, ਤਕਰੀਬਨ ਪੰਜਾਬ ਅਤੇ ਰਾਜਸਥਾਨ ਦੇ 65 ਕਿਲੋਮੀਟਰ ਏਰੀਆ ਦੇ ਵਿੱਚ ਨਿਕਲਦੀ ਹੈ ਅਤੇ ਥਾਰ ਡੈਜ਼ਰਟ ਤੱਕ ਜਾਂਦੀ ਹੈ, ਜਿਹਨੂੰ ਸਮ ਥਾਰ ਕਹਿੰਦੇ ਨੇ। ਜੈਸਲਮੇਰ ਤੋਂ ਗਾਹਾਂ ਪੈਂਦਾ ਹੈ, ਬੀਕਾਨੇਰ ਦੇ ਕੁਛ ਇਲਾਕੇ ਨੇ ਉਹਦੇ ਵਿੱਚ, ਅਤੇ ਉੱਥੇ ਤੱਕ ਜਾਂਦੀ ਹੈ। ਉਹ ਸਾਰੀ ਨਦੀ ਜਿਹੜੀ ਹੈ, ਨਹਿਰ ਹੈ, ਉਹਦੇ ਵਿੱਚ ਤੁਸੀਂ ਪਾਣੀ ਜੇ ਦੇਖੋ ਤਾਂ ਤੁਹਾਨੂੰ ਝੱਗ ਦੇ ਵੱਡੇ ਵੱਡੇ ਬੱਦਲ ਨਜ਼ਰ ਆਉਂਦੇ ਨੇ। ਇਹ ਸਭ ਪੋਲਿਊਸ਼ਨਸ ਕਰਕੇ ਹੈ। ਅਤੇ ਇਹ ਪੋਲਿਊਸ਼ਨ ਕਿੱਥੋਂ ਆਉਂਦਾ, ਕਿਵੇਂ ਜਨਰੇਟ ਹੁੰਦਾ ਹੈ, ਇਹਦੇ ਕੀ ਸੋਲਿਊਸ਼ਨ ਨੇ, ਇਹਦੇ ਬਾਰੇ ਗੱਲ ਕਰਾਂਗੇ ਅੱਜ। ਅਤੇ ਬਾਕੀ ਗੱਲ ਕਰਾਂਗੇ ਇਹਨਾਂ ਨਦੀਆਂ ਦੀ ਇੰਪੋਰਟੈਂਸ ਕੀ ਹੈ ਸਾਡੇ ਲਈ, ਅਤੇ ਕੈਨੇਡਾ ਦੇ ਵਿੱਚ ਕਿਹੜੀਆਂ ਨਦੀਆਂ ਨੇ, ਉੱਥੇ ਦੀਆਂ ਪ੍ਰੋਬਲਮਸ ਕੀ ਨੇ, ਅਤੇ ਉੱਥੋਂ ਦੀ ਸਰਕਾਰ ਕਿਵੇਂ ਉੱਥੋਂ ਦੇ ਸੋਲਿਊਸ਼ਨਸ ਕੱਢਦੀ ਹੈ। ਆਓ ਅਤੇ ਆਪਾਂ ਆਪਣਾ ਪੋਡਕਾਸਟ ਸ਼ੁਰੂ ਕਰਦੇ ਹਾਂ। ਯਾਦਵਿੰਦਰ, ਹਾਂਜੀ, ਮੋਸਟ ਵੈਲਕਮ ਆ ਜੀ ਤੁਹਾਡਾ। ਆਪਾਂ ਹਰੀਕੇ ਆਏ ਹਾਂ। ਥੈਂਕ ਯੂ ਜੀ, ਬਹੁਤ ਬਹੁਤ। ਅਤੇ ਇਹ ਇੱਕ ਗੱਲ ਦੱਸਦੇ ਚੱਲੀਏ ਕਿ ਯਾਦਵਿੰਦਰ ਅਤੇ ਮੇਰੀ ਇਸ ਜਗ੍ਹਾ ਨਾਲ, ਹਰੀਕੇ ਵੈਟਲੈਂਡ ਨਾਲ ਬਹੁਤ ਜ਼ਿਆਦਾ ਪੁਰਾਣੀ ਡੂੰਘੀ ਸਾਂਝ ਹੈ। ਅਸੀਂ ਤਕਰੀਬਨ 2013 ਤੋਂ ਇੱਥੇ ਆਉਂਦੇ ਆਏ ਹਾਂ। ਬਿਲਕੁਲ 16 ਦੇ ਵਿੱਚ ਆਪਾਂ 16 ਦੇ ਵਿੱਚ ਦੀ ਗੱਲ ਹੈ, ਮੇਰੇ ਖਿਆਲ ਨਾਲ 25 ਜਨਵਰੀ 2016 ਨੂੰ ਇੱਥੇ ਵਰਲਡ ਵਾਈਲਡ ਲਾਈਫ ਫੰਡ ਵੱਲੋਂ ਬਰਡ ਸੈਂਸਸ ਸੀ ਅਤੇ ਫੋਰੈਸਟ ਡਿਪਾਰਟਮੈਂਟ ਨੇ ਕਰਵਾਇਆ ਸੀ। ਤਾਂ ਉਹਦੇ ਵਿੱਚ ਅਸੀਂ ਐਜ਼ ਅ ਰਿਸੋਰਸ ਪਰਸਨ ਕਹਿ ਲਈਏ, ਜਾਂ ਮਤਲਬ ਹੈਲਪ ਕਰਨ ਦੇ ਲਈ ਐਜ਼ ਅ ਵਲੰਟੀਅਰ ਆਏ ਸੀ। ਅਤੇ ਉਸ ਤੋਂ ਪਹਿਲਾਂ ਅਸੀਂ 13 ਤੋਂ ਵੀ ਤਾਂ ਆਉਂਦੇ ਆਏ। ਉਸ ਤੋਂ ਪਹਿਲਾਂ ਆਪਾਂ ਮਤਲਬ ਆਪਣੇ ਬਿਹਾਫ 'ਤੇ ਸਾਡੀਆਂ ਜੇ ਕਹਿੰਦੇ ਆ, ਜੇ ਚੇ ਗਵੇਰਾ ਵਾਂਗੂ ਮੋਟਰਸਾਈਕਲ ਡਾਇਰੀਆਂ ਦੀ ਗੱਲ ਚੱਲੂਗੀ, ਤਾਂ ਸਾਡੀ ਦੋਨਾਂ ਦੀ ਮੋਟਰਸਾਈਕਲ ਦੇ ਉੱਪਰ ਇੱਥੇ ਤੱਕ ਬਹੁਤ ਜ਼ਿਆਦਾ ਰਾਈਡ ਹੋਈਆਂ ਨੇ। ਮੋਸਟਲੀ ਸਰਦੀਆਂ ਦੇ ਵਿੱਚ ਜੋ ਧੁੰਦਾਂ ਹੁੰਦੀਆਂ ਸੀ ਬਹੁਤ ਜ਼ਿਆਦਾ, ਅਤੇ ਅਸੀਂ ਮੋਟਰਸਾਈਕਲ 'ਤੇ ਦੋਨੇ ਜਾਣੇ ਆਪਦਾ ਸਮਾਨ ਬੰਨ੍ਹ ਕੇ ਚੰਗੀ ਤਰ੍ਹਾਂ ਮੂੰਹ ਨੱਕ ਢੱਕ ਕੇ ਅਤੇ ਉਰੇ ਤੱਕ ਆਉਂਦੇ ਰਹੇ ਹਾਂ। ਬਿਲਕੁਲ। ਅਤੇ ਚਲੋ ਅੱਗੇ ਗੱਲ ਸ਼ੁਰੂ ਕਰਦੇ ਹਾਂ ਜੀ। ਮੈਂ ਗੱਲ ਸ਼ੁਰੂ ਕਰਦਾ ਬਿਆਸ ਨਦੀ ਤੋਂ। ਬਿਆਸ ਨਦੀ ਜਿਹੜੀ ਹੈ ਇਹ ਸਤਲੁਜ ਗੰਗਾ ਜਿਹੜੀ ਯਮੁਨਾ ਅਤੇ ਗੰਗਾ ਨਦੀ ਹੈ ਉੱਤਰ ਭਾਰਤ ਦੀਆਂ, ਜਿਹੜੀਆਂ ਕਿ ਹਿੰਦੁਸਤਾਨ ਦੇ ਬਹੁਤੇ ਇਲਾਕੇ ਨੂੰ ਜਿਹੜੀਆਂ ਨੇ ਕਿ ਤਰ ਰੱਖਦੀਆਂ ਨੇ ਅਤੇ ਜਾਂ ਪਾਣੀ ਦੀ ਸਪਲਾਈ ਦਿੰਦੀਆਂ ਨੇ, ਜਾਂ ਹਿਸਟੋਰੀਕਲ ਵੈਲਿਊ ਆ, ਉਵੇਂ ਹੀ ਸਤਲੁਜ ਅਤੇ ਬਿਆਸ ਦੀ ਬਹੁਤ ਜ਼ਿਆਦਾ ਵੈਲਿਊ ਆ ਪੰਜਾਬ ਦੇ ਲਈ। ਦੋ ਕਾਰਨ ਨੇ ਇਹਨਾਂ ਨਦੀਆਂ ਦੇ ਵਿੱਚ। ਸਿਮਿਲੈਰਿਟੀ ਇਹ ਹੈ ਕਿ ਇੱਕ ਤਾਂ ਦੋਨੇ ਗਲੇਸ਼ੀਅਰ ਫੈਡ ਨਦੀਆਂ ਨੇ, ਹਿਮਾਲਿਆ ਦੇ ਵਿੱਚੋਂ ਨਿਕਲਦੀਆਂ ਨੇ ਅਤੇ ਲੰਬੀਆਂ ਜਾਂ ਚੌੜੀਆਂ ਨਦੀਆਂ ਨੇ ਇਹ। ਅਤੇ ਦੂਸਰਾ ਨੰਬਰ, ਇਹ ਦੋਨੇ ਵੀ ਕਿਤੇ ਜਾ ਕੇ ਮਿਲਦੀਆਂ ਨੇ। ਇਹਨਾਂ ਦਾ ਵੀ ਕਾਨਫਰੰਸ ਇਲਾਹਾਬਾਦ ਦੇ ਵਿੱਚ ਆ ਕੇ ਹੁੰਦਾ। ਅਤੇ ਉਸੇ ਤਰ੍ਹਾਂ ਜਿਹੜੀਆਂ ਸਤਲੁਜ ਅਤੇ ਬਿਆਸ ਆ, ਇਹਨਾਂ ਦਾ ਕਾਨਫਰੰਸ ਜਾਂ ਇਹਨਾਂ ਦਾ ਮਿਲਾਪ ਵੀ ਪੰਜਾਬ ਦੇ ਵਿੱਚ ਪਾਕਿਸਤਾਨ ਨੂੰ ਜਾਂਦੇ ਬਾਰਡਰ ਤੋਂ, ਪਾਕਿਸਤਾਨ ਦੇ ਨਾਲ ਲੱਗਦੇ ਬਾਰਡਰ ਤੋਂ ਥੋੜ੍ਹਾ ਹੀ ਪਹਿਲਾਂ ਹੋ ਜਾਂਦਾ। ਅਤੇ ਬਹੁਤਾ ਪਾਣੀ ਅਸੀਂ ਆਪਣੇ ਹੀ ਇਲਾਕੇ, ਯਾਨੀ ਕਿ ਰਾਜਸਥਾਨ ਦੇ ਇਲਾਕੇ ਨੂੰ ਇਹਨੂੰ ਕਰ ਦਿੰਦੇ ਹਾਂ, ਡਾਇਵਰਟ ਕਰ ਦਿੰਦੇ ਹਾਂ ਥਰੂ ਇੰਦਰਾ ਕਨਾਲ। ਅਤੇ ਯਾਦਵਿੰਦਰ, ਮੈਨੂੰ ਦੱਸਿਓ ਯਾਰ, ਤੁਹਾਡੇ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੇ ਕੋਈ ਕੇਸਿਸ ਵੀ ਹੈਗੇ ਨੇ, ਸਿਮਿਲਰ ਸਿਚੁਏਸ਼ਨ ਹੈਗੀ ਕਿਸੇ ਨਦੀ ਨਾਲ? ਗੰਗਾ ਅਤੇ ਯਮੁਨਾ, ਸਤਲੁਜ ਅਤੇ ਬਿਆਸ, ਕਈ ਰਿਵਰਸ ਹੈਗੀਆਂ ਨੇ। ਮਤਲਬ ਯੂਜ਼ਲੀ ਉੱਥੇ ਇਹਨਾਂ ਦਾ ਜਿਹੜਾ ਆਪਾਂ ਕਹੀਏ ਕਿ ਨਾਮਕਰਨ ਹੈ ਜਾਂ ਨੋਮਨਕਲੇਚਰ ਆ, ਉਹ ਇਹੀ ਹੈ ਕਿ ਇੱਕੋ ਹੀ ਰਿਵਰ ਮੰਨੀ ਜਾਂਦੀ ਹੈ। ਉੱਪਰੋਂ ਛੋਟੀਆਂ ਰਿਵਰਸ ਆ ਕੇ ਮਿਲਦੀਆਂ ਨੇ, ਕਿ ਉੱਪਰੋਂ ਆ ਕੇ ਇੱਕ ਵੱਡੀ ਨਦੀ ਦਾ ਰੂਪ ਧਾਰਨ ਕਰ ਲੈਂਦੀਆਂ ਨੇ। ਅਤੇ ਉਹ ਛੋਟੀਆਂ ਨੂੰ ਬਹੁਤ ਘੱਟ ਲੋਕ ਜਾਣਦੇ ਨੇ, ਕਿਉਂਕਿ ਜ਼ਿਆਦਾਤਰ
ਉਹਨਾਂ ਦੇ ਨਾਮ ਨਾਲ ਹੀ ਜਾਣਿਆ ਜਾਂਦਾ। ਜਿਹੜੀ okay. ਜਿਵੇਂ ਹੁਣ ਫਰੇਜ਼ਰ ਰਿਵਰ ਹੈ, ਫਰੇਜ਼ਰ ਰਿਵਰ ਦੇ ਉੱਪਰ ਕਈ ਛੋਟੀਆਂ ਨਦੀਆਂ ਨੇ ਜਿਹੜੀਆਂ ਮਿਲ ਕੇ ਉਹਨੂੰ ਫਰੇਜ਼ਰ ਰਿਵਰ ਦਾ ਰੂਪ ਦਿੰਦੀਆਂ ਨੇ। ਇਹ ਤਾਂ ਇੱਥੇ ਵੀ ਬਿਲਕੁਲ ਹਾਂ ਗੰਗਾ 'ਚ ਵੀ ਹੈ, ਜਿਵੇਂ ਗੰਗਾ ਜਦੋਂ ਦੇਵਪ੍ਰਯਾਗ ਤੋਂ ਜਦੋਂ ਬਣਦੇ ਅਲਕਨੰਦਾ, ਭਾਗੀਰਥੀ, ਫਿਰ ਉੱਤੇ ਬਿਲੰਗਣਾ, ਫਿਰ ਉਹਦੇ 'ਚ ਕਈ ਹੋਰ ਨਦੀਆਂ ਨੇ ਛੋਟੀਆਂ ਸਾਰੀਆਂ ਮਿਲ ਕੇ। ਬਟ ਹਾਂ ਇਸ ਤਰ੍ਹਾਂ ਦਾ ਜਿਵੇਂ ਕੌਨਫਲੂਐਂਸ ਹੋਇਆ ਵੱਡੇ ਲੈਵਲ ਤੇ, ਜਿਵੇਂ ਹਰੀਕੇ ਤਾਂ ਕਾਫੀ ਵਾਸਟ ਹੈ ਜਿਹੜਾ ਇਹਦਾ ਏਰੀਆ। ਜਿਵੇਂ ਫਰੇਜ਼ਰ ਨਦੀ ਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਹਡਸਨ ਨਦੀ ਹੈ ਜੀ ਉਧਰ ਅਮਰੀਕਾ ਦੇ ਵਿੱਚ, ਫਰੇਜ਼ਰ ਹੋ ਗਈ, ਤੇ ਇਹ ਦੋਨੇ ਨਦੀਆਂ ਮੇਰੇ ਖਿਆਲ ਨਾਲ ਜੇ ਆਪਾਂ ਕਹੀਏ ਤਾਂ ਗੰਗਾ ਤੇ ਯਮੁਨਾ ਤੇ ਸਿਮਿਲਰ ਇਸ ਤਰ੍ਹਾਂ ਨੇ ਕਿ ਦੋਨੋਂ ਹੀ ਗਲੇਸ਼ੀਅਰਸ ਦੇ ਦੁਆਰਾ ਮਤਲਬ ਫੀਡ ਹੁੰਦੀਆਂ ਨੇ। ਉੱਥੋਂ ਜਿੰਨੀ ਬਰਫ਼ ਪੈਂਦੀ ਹੈ ਤੇ ਉਸ ਤੋਂ ਬਾਅਦ ਉਸ 'ਚੋਂ ਕੁਛ ਪਿਘਲ ਜਾਂਦੀ ਹੈ, ਤੇ ਜਿਵੇਂ ਇਹ ਸੈਡੀਮੈਂਟਸ ਲੈ ਕੇ ਚੱਲਦੀਆਂ ਨੇ ਉਵੇਂ ਉਹ ਲੈ ਕੇ ਚੱਲਦੀਆਂ ਨੇ, ਤੇ ਅੱਗੇ ਆ ਕੇ ਪਲੇਨਸ ਦੇ ਵਿੱਚ ਉਹ ਸੈਡੀਮੈਂਟਸ ਨੂੰ ਵਿਛਾ ਦਿੰਦੀਆਂ ਨੇ। ਤੇ ਪੰਜਾਬ ਦੀ ਤਰ੍ਹਾਂ ਹੀ ਮਤਲਬ ਆਪਣਾ ਜਿਹੜਾ ਏਰੀਆ ਉੱਥੋਂ ਦਾ ਤੇ ਉਵੇਂ ਉਪਜਾਊ ਹੈ, ਤੇ ਅਲੱਗ-ਅਲੱਗ ਤਰ੍ਹਾਂ ਦੀ ਖੇਤੀ ਕੀਤੀ ਜਾ ਸਕਦੀ ਹੈ, ਤੇ ਇਸ ਤਰ੍ਹਾਂ ਹੀ। ਓਕੇ, ਤੇ ਮਤਲਬ ਸਾਡੇ ਵਾਂਗੂ ਉਹਨਾਂ ਦੀ ਨਦੀਆਂ ਦਾ ਵੀ ਜਿਹੜਾ ਜਿਵੇਂ ਸਾਡੇ ਇੱਥੇ ਉਪਜਾਊ ਮਿੱਟੀਆਂ ਵਿਛਦੀਆਂ ਨੇ ਆ ਕੇ ਨਦੀਆਂ ਤੋਂ। ਪਹਿਲਾਂ ਜਦੋਂ ਪੰਜਾਬ 'ਚ ਡੈਮ ਨਹੀਂ ਸੀ ਹੁੰਦੇ, ਭਾਖੜਾ ਨਹੀਂ ਸੀ ਹੁੰਦਾ, ਪੌਂਗ ਡੈਮ, ਰਣਜੀਤ ਸਾਗਰ ਡੈਮ, ਇਹੋ ਜਿਹੇ ਡੈਮ ਨਹੀਂ ਸੀ ਹੁੰਦੇ, ਤੇ ਉਦੋਂ ਸਾਡੇ ਪੁਰਖੇ, ਮੇਰੀ ਦਾਦੀ ਤੇ ਮੇਰੇ ਦਾਦੇ ਜੀ ਤੋਂ ਮੈਂ ਬਹੁਤ ਵਾਰ ਸੁਣਿਆ ਕਿ ਇਹ ਨਦੀ ਜਿਹੜੀ ਹੈ, ਜਿਹੜੀਆਂ ਨਹਿਰਾਂ ਨੇ, ਬਿਆਸ ਗੁਰਦਾਸਪੁਰ ਦੇ ਕੋਲੋਂ ਨਿਕਲਦੀ ਹੈ ਜੀ, ਤੇ ਮੈਂ ਉਦੋਂ ਸੁਣਿਆ ਬਹੁਤ ਵਾਰੀ ਕਿ ਇਹਦਾ ਪਾਣੀ ਜਿਹੜਾ ਸੀਗਾ ਉਹ ਹੜ੍ਹ ਲੈ ਆਉਂਦਾ ਸੀਗਾ, ਤੇ ਕਈ ਵਾਰੀ ਕਹਿੰਦੇ ਸੁਣਿਆ ਕਿ ਉਸ ਤੋਂ ਬਾਅਦ ਜਿਹੜੀ ਖੇਤੀ ਹੁੰਦੀ ਸੀ ਉਹ ਬਹੁਤ ਜ਼ਿਆਦਾ ਕ੍ਰੌਪ ਬੜੀ ਬੰਪਰ ਹੋਇਆ ਕਰਦੀ ਸੀ, ਉਹ ਬਹੁਤ ਸੋਹਣੀ ਫਸਲ ਦਿੰਦਾ ਸੀ ਉਹ ਲੈਂਡਸਕੇਪ। ਤੇ ਕਿਉਂਕਿ ਇੱਥੇ ਉਪਜਾਊ ਮਿੱਟੀ ਆ ਕੇ ਬਚਦੀ ਸੀ। ਖੈਰ ਹੁਣ ਸਾਰਾ ਕੁਝ ਬੰਦ ਹੋ ਗਿਆ, ਹੜ੍ਹ ਰੁਕ ਗਏ ਨੇ, ਤੇ ਹੁਣ ਅਸੀਂ ਕੀਟਨਾਸ਼ਕ ਜਾਂ ਕੈਮੀਕਲ ਖਾਦਾਂ ਵਰਤ ਕੇ ਉਹੀ ਕੰਮ ਲੈਂਦੇ ਜਿਹੜਾ ਦਰਿਆ ਦੀ ਮਿੱਟੀ ਕਰਦੀ ਸੀ। ਤੇ ਕੈਨੇਡਾ ਦੇ ਵਿੱਚ ਵੀ ਲੋਕਾਂ ਨੇ ਡੈਮ ਡੂਮ ਬਣਾਏ ਹੋਏ ਨੇ ਬਹੁਤ ਨਦੀਆਂ ਦੇ ਉੱਪਰ। ਕੈਨੇਡਾ ਦੇ ਵਿੱਚ ਆਪਾਂ ਕਹੀਏ ਜਿਹੜੀ ਅਰਾਊਂਡ 80% ਪਾਵਰ ਸਪਲਾਈ ਹੈ ਉਹ ਡੈਮਸ ਦੇ ਥਰੂ ਹੀ ਆਉਂਦੀ ਹੈ, BC ਦੇ ਵਿੱਚ ਖਾਸ ਕਰ। ਤੇ ਹਾਂਜੀ, ਤੇ ਉੱਥੇ ਬਹੁਤ ਜ਼ਿਆਦਾ ਡੈਮ ਨੇ, ਤੇ ਉਹਨਾਂ ਦੇ ਥਰੂ ਹੀ ਉੱਥੋਂ ਬਿਜਲੀ ਤਿਆਰ ਕਰਕੇ, ਬਾਕੀ ਉਹਨਾਂ ਨੇ ਕੰਟਰੋਲ ਵੀ ਕੀਤਾ ਹੋਇਆ ਕਿ ਪਾਣੀ ਨੂੰ ਨੀਚੇ ਸਿਟੀਜ਼ ਦੇ ਤੱਕ ਕੰਟਰੋਲ ਕਰਕੇ ਹੀ ਭੇਜਣ, ਤੇ ਕਿਉਂਕਿ ਮੋਸਟ ਆਫ ਦਾ ਸਿਟੀਜ਼ ਉੱਥੇ ਨਦੀਆਂ ਦੇ ਕਿਨਾਰੇ ਨੇ, ਤੇ ਫਲੱਡ ਆਉਣ ਦੇ ਚਾਂਸਿਸ, ਕਿਉਂਕਿ ਹੁਣ ਤਾਂ ਫਿਊਚਰ ਜ਼ਿਆਦਾ ਹਾਰਸ਼ ਹੈ, ਜਦ ਕਿ ਨਾਲ ਸੀ ਲੈਵਲ ਵੀ ਰਾਈਜ਼ ਕਰ ਰਿਹਾ ਹੈ। ਮੈਂ ਤੁਹਾਨੂੰ ਇੰਟਰਪਟ ਕਰਦਾ, ਪਿੱਛੇ ਜਿਹੜੀ ਆਵਾਜ਼ ਆ ਰਹੀਆਂ ਨੇ ਬਰਡ ਦੀਆਂ, ਤੇ ਇਹ ਬਾਰਬੈਟ ਬਰਡ ਹੈ ਜੀ, ਇੱਕ ਪਾਸੇ ਮੇਲ ਤੇ ਦੂਜੇ ਪਾਸੇ ਫੀਮੇਲ ਹੈ ਜਿਹੜੀ ਆਵਾਜ਼ ਕਰੀ ਜਾ ਰਹੀ ਹੈ। ਇੱਕ ਕਾਲ ਚੱਲ ਰਿਹਾ ਬਹੁਤ ਤੇਜ਼, ਬੜੀ ਸੋਹਣੀ ਜਿਹੜੀ ਹੈ ਕੁਦਰਤੀ ਵਾਤਾਵਰਨ ਸਾਡੇ ਮਗਰ ਪੈਦਾ ਹੋ ਰਿਹਾ ਸੀ। ਹਰੀਕੇ ਖੜੇ ਇੱਥੇ ਇਹੀ ਬਿਊਟੀ ਹੈ ਕਿ ਇੱਥੇ ਪੰਛੀ ਜਿਹੜੇ ਨੇ ਉਹ ਤੁਹਾਨੂੰ ਮਿਲ ਜਾਂਦੇ ਨੇ ਆਪਣੀ ਕੁਦਰਤੀ ਜਿਹੜੀ ਹੈ ਰਿਹਾਇਸ਼ ਹੈਬੀਟੈਟ ਦੇ ਵਿੱਚ। ਚਲੋ ਆਉਂਦੇ ਆਪਣੇ ਟੌਪਿਕ 'ਤੇ ਦੁਬਾਰਾ ਵਾਪਸ, ਪੰਛੀਆਂ ਦੀ ਗੱਲ ਕਰਨ ਲੱਗੇ ਹਾਂ ਕਿਉਂਕਿ ਪੰਛੀ ਦੀ ਗੱਲ ਸ਼ੁਰੂ ਹੋਈ ਹੈ, ਅਤੇ ਇੱਕ ਟੌਪਿਕ ਦਿਮਾਗ 'ਚ ਉੱਭਰਦਾ ਹੈ ਜੀ, ਪੋਲਿਊਸ਼ਨ ਦੇ ਜਿਹੜੇ ਇਫੈਕਟ ਨੇ ਉਹ ਇੱਥੇ, ਕਿਉਂਕਿ ਇਹ ਹਰੀਕੇ ਵੈਟਲੈਂਡ ਜਿਹੜਾ ਬੜਾ ਪੋਪੂਲਰ ਹੈ, ਇੱਥੇ ਪੰਛੀ ਜਿਹੜੇ ਆਉਂਦੇ ਨੇ, ਜਿਹੜੇ ਮਾਈਗ੍ਰੇਟਰੀ ਬਰਡਸ ਨੇ। ਇਕੱਲੀ ਹਰੀਕੇ ਦੀ ਸਮੱਸਿਆ ਨਹੀਂ ਹੈ, ਇਹ ਤਾਂ ਖੈਰ ਬਾਕੀ ਜਗ੍ਹਾ ਵੀ ਹੋ ਰਿਹਾ ਹੈ। ਸਾਡੇ ਕੋਲ ਹਿੰਦੁਸਤਾਨ ਦੇ ਵਿੱਚ ਸਾਈਬੇਰੀਆ ਤੋਂ ਬਹੁਤ ਸਾਰੇ ਪੰਛੀ ਆਉਂਦੇ ਨੇ ਜਿਹੜੇ ਇੱਥੇ ਆ ਕੇ ਬੀਡ ਕਰਦੇ ਨੇ, ਉਸ ਤੋਂ ਬਾਅਦ ਆਪਣੇ ਜਿਹੜੇ ਜੰਮੇ ਪੰਛੀ ਹੁੰਦੇ ਨੇ, ਬੱਚੇ ਹੁੰਦੇ ਨੇ, ਉਹਨਾਂ ਨੂੰ ਨਾਲ ਲੈ ਕੇ ਵਾਪਸ ਉੱਡਦੇ ਨੇ, ਫਿਰ ਉਹ ਉੱਥੋਂ ਦੀ ਅਗਲੇ ਸਾਲ ਇੱਥੇ ਪ੍ਰਜਨਨ ਕਰਨ ਲਈ ਆਉਂਦੇ ਨੇ, ਬੱਚੇ ਦੇਣ ਲਈ ਇੱਥੇ ਆਉਂਦੇ ਨੇ। ਇੱਥੋਂ ਦਾ ਅਨੁਕੂਲ ਵਾਤਾਵਰਨ ਹੈ, ਖਾਣ ਪੀਣ ਦੇ ਲਈ ਉਹਨਾਂ ਦੀ ਇੱਥੇ ਬਹੁਤ ਸਾਰੀ ਸਹੂਲਤਾਂ ਨੇ, ਸ਼ਵਲ ਹੁੰਦਾ ਪਾਣੀ ਦੇ ਵਿੱਚ, ਕਈ ਤਰ੍ਹਾਂ ਦੀਆਂ ਇੱਥੇ ਮੱਛੀਆਂ ਨੇ ਜਾਂ ਹੋਰ ਜਿਹੜੇ ਜੀਵ ਜੰਤੂ ਨੇ, ਉਹਨਾਂ ਤੋਂ ਉਹ ਆਪਦੇ ਆਪ ਨੂੰ ਉਹਨਾਂ ਦੀ ਜਿਹੜੀ ਭੋਜਨ ਦੀ ਪੂਰਤੀ ਹੁੰਦੀ ਹੈ। ਪਰ ਕਈ ਇੱਕ ਰਿਸਰਚ ਪੇਪਰ ਨੇ 2-3 ਜਿਹੜੇ ਤੁਸੀਂ ਵੀ ਪੜ੍ਹੇ ਆ, ਮੈਂ ਵੀ ਸ਼ਾਇਦ ਵੇਖੇ ਪੜ੍ਹੇ, ਬਹੁਤ ਤੁਹਾਨੂੰ ਜ਼ਿਆਦਾ ਡਿਟੇਲ 'ਚ ਮੈਂ ਪੁੱਛਦਾ ਇਹਦੇ ਬਾਰੇ, ਤੁਹਾਨੂੰ ਕਿਉਂਕਿ ਜ਼ਿਆਦਾ ਨੌਲੇਜ ਹੈ ਇਹਦੇ ਬਾਰੇ, ਕਾਫੀ ਟਾਈਮ ਤੋਂ ਤੁਸੀਂ ਫੋਲੋਅਪ ਕਰਦੇ ਪਏ ਹੋ। ਜਿਹੜਾ ਸਤਲੁਜ ਅਤੇ ਹਰੀਕੇ ਦਾ, ਜਿਹੜਾ ਸਤਲੁਜ ਅਤੇ ਬਿਆਸ ਦਾ ਜਿਹੜਾ ਇੱਥੇ ਕੌਨਫਲੂਐਂਸ ਹੈ, ਮੀਟਿੰਗ ਪੁਆਇੰਟ, ਇੱਥੇ ਇੱਕ ਸਮੱਸਿਆ ਆ ਰਹੀ ਹੈ ਪੰਛੀਆਂ ਨਾਲ, ਉਹਦੇ ਬਾਰੇ ਚਾਨਣਾ ਪਾਇਓ। ਮੇਨ ਆਪਾਂ ਕਹੀਏ ਕਿ ਜਿਹੜੀ ਪ੍ਰੋਬਲਮ ਹੈ, ਇੱਕ ਤਾਂ ਰੀਸੈਂਟਲੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਇਸ ਦੇ ਬਾਰੇ ਕਿ 2018 ਦੇ ਵਿੱਚ ਜਿਹੜੇ ਮੋਲੈਸਿਸ ਸੀ, ਬਾਈ ਪ੍ਰੋਡਕਟ ਹੁੰਦਾ ਸ਼ੂਗਰ ਕੇਨ ਇੰਡਸਟਰੀ ਦਾ, ਉਹ ਇਹਨਾਂ ਨੇ ਰਿਲੀਜ਼ ਕਰਤਾ ਸੀ, ਜਿਹਦੇ ਕਰਕੇ ਫਿਸ਼ ਪਾਪੂਲੇਸ਼ਨ ਸੀ ਜਿਹੜੀ ਬਹੁਤ ਘਟ ਗਈ ਸੀ, ਅਤੇ ਉਹ ਮਤਲਬ ਉਹਨਾਂ ਦੀ ਡੈਥ ਹੋਣ ਦੇ ਕਾਰਨ। ਇਹਦੇ ਬਾਰੇ ਮੈਂ ਇੱਕ ਮਿੰਟ ਦੱਸਦਾ ਚਾਹੁੰਦਾ, ਜਿਹੜੇ ਯਾਦ ਨੇ ਜਿਹੜੇ ਕੇਸ ਬਾਰੇ ਗੱਲ ਕਰ ਰਹੇ ਨੇ, ਇਹ 2018 ਮਈ ਦੇ ਵਿੱਚ ਹੋਇਆ ਸੀ। ਉਦੋਂ ਗੁਰਦਾਸਪੁਰ ਦੇ ਕੋਲ ਪਨਿਆੜ ਸ਼ੂਗਰ ਮਿਲ ਕਹਿੰਦੇ ਆ ਉਹਨੂੰ, ਉੱਥੇ ਦੇ ਲੋਕ ਜਾਣਦੇ ਆ ਇਸ ਨਾਮ ਤੋਂ, ਅਤੇ ਉਹਨਾਂ ਨੇ ਬਿਆਸ ਨਦੀ ਦੇ ਵਿੱਚ ਮੋਲੈਸਿਸ ਰਿਲੀਜ਼ ਕਰਤੇ ਸੀਗੇ, ਅਤੇ ਇਹ ਕਰੀਬਨ ਉਸ ਸਟ੍ਰੈਚ ਤੋਂ ਜਿੱਥੇ ਰਿਲੀਜ਼ ਕੀਤੇ ਗਏ ਉਸ ਤੋਂ 35 ਕਿਲੋਮੀਟਰ ਤਾਹਾਂ ਤੱਕ ਰਾਤੋਂ ਰਾਤ ਇਹਦਾ ਪ੍ਰਭਾਵ ਜਿਹੜਾ ਆ ਉਹ ਦੇਖਿਆ ਗਿਆ। ਲੋਕਾਂ ਨੇ ਰਿਪੋਰਟ ਕੀਤਾ ਕਿ ਪਾਣੀ ਦਾ ਰੰਗ ਬਹੁਤ ਜ਼ਿਆਦਾ ਗੰਦਲਾ ਆ, ਭੂਰੇ ਰੰਗ ਦਾ ਪਾਣੀ ਹੋ ਗਿਆ,
ਗਾੜਾ ਭੂਰਾ ਰੰਗ। ਤੇ ਉਸ ਤੋਂ ਬਾਅਦ ਕਿਉਂਕਿ ਬਿਆਸ ਨਦੀ ਜਿਹੜਾ ਇੱਥੋਂ ਹੀ ਹਰੀਕੇ ਤੋਂ ਸਟੈਚੂ ਤੋਂ ਦੇਖੀਏ ਤਕਰੀਬਨ 10 ਕਿਲੋਮੀਟਰ ਤੱਕ ਪਿੱਛੇ ਤੱਕ ਬੁੱਲਣ ਵੇਲ, ਜਿਹਨੂੰ ਰਿਵਰ ਡਾਲਫਿਨ ਕਹਿੰਦੇ ਆ। ਰਿਵਰ ਡਾਲਫਿਨ ਦੁਨੀਆ ਦੇ ਵਿੱਚ ਅਗਰ ਫਰੈਸ਼ ਵਾਟਰ ਰਿਵਰ ਡਾਲਫਿਨ ਦੀ ਗੱਲ ਕਰੀਏ ਤਾਂ ਦੁਨੀਆ 'ਚ ਕੁਝ 6 ਜਗ੍ਹਾ 'ਤੇ ਹੀ ਜਿਹੜੀਆਂ ਹੁਣ ਤੱਕ ਜਾਣਕਾਰੀ ਹੈ ਕਿ ਰਿਵਰ ਡਾਲਫਿਨ ਮਿਲਦੀ ਆ। ਉਹਨਾਂ ਵਿੱਚੋਂ ਹਿੰਦੁਸਤਾਨ 'ਚ 2 ਜਗ੍ਹਾ ਨੇ, ਇੱਕ ਤਾਂ ਬਿਆਸ ਅਤੇ ਦੂਸਰਾ ਗੰਗਾ। ਇੱਥੇ ਇੰਡਸ ਰਿਵਰ ਡਾਲਫਿਨ ਜਿਹੜੀ ਹੈ, ਕਿਉਂਕਿ ਬਿਆਸ ਸਤਲੁਜ ਅਤੇ ਸਾਡੇ ਰਾਵੀ ਜਿਹੜੇ ਨੇ ਇਹ ਇੰਡਸ ਰਿਵਰ ਸਿਸਟਮ ਦਾ ਪਾਰਟ ਹੈ, ਅਤੇ ਇੱਥੇ ਮਿਲਣ ਵਾਲੀ ਜਿਹੜੀ ਡਾਲਫਿਨ ਮੱਛੀ ਹੈ ਜੀ ਉਹਨੂੰ ਇੰਡਸ ਰਿਵਰ ਡਾਲਫਿਨ ਕਹਿੰਦੇ ਨੇ, ਇਹ ਸਪੀਸੀਜ਼ ਉਹਦੀ। ਅਤੇ ਉਹਦੀਆਂ ਇੱਥੇ ਕੁਝ 10 ਤੋਂ 12 ਜਾਂ ਸ਼ਾਇਦ ਵੱਧ ਵੀ ਹੋ ਸਕਦੀਆਂ ਇੰਡੀਵਿਜੂਅਲ ਜਿਹੜੇ ਸੀਗੇ ਉਹ ਇੱਥੇ ਮਿਲਦੇ ਹੁੰਦੇ ਸੀ। ਸਭ ਤੋਂ ਵੱਧ ਨੁਕਸਾਨ ਜਿਹੜਾ ਦੇਖਣਯੋਗ ਹੋਇਆ ਸੀ ਉਹਨਾਂ ਮੱਛੀਆਂ ਨੂੰ ਹੋਇਆ ਹੋਊਗਾ, ਅਤੇ ਇਸ ਤੋਂ ਇਲਾਵਾ ਸੈਂਕੜੇ ਹੋਰ ਮੱਛੀਆਂ ਜਿਹੜੀਆਂ ਮਰੀਆਂ ਹੋਈਆਂ ਮਿਲੀਆਂ ਸੀ। ਹਾਂਜੀ ਆਦਰ ਕੰਟੀਨਿਊ। ਹਾਂਜੀ, ਅਤੇ ਇਹ ਤਾਂ ਚਲੋ ਇੱਕ ਗੱਲ ਹੋ ਗਈ ਕਿ ਆਪਾਂ ਐਗਜ਼ਾਮਪਲ ਲੈ ਲਈ ਕਿ ਉਹਦੇ ਕਰਕੇ ਮੱਛੀਆਂ ਨੂੰ ਪ੍ਰੋਬਲਮ ਆ ਜਾਂਦੀ ਹੈ। ਇਸ ਤੋਂ ਬਿਨਾਂ ਜਿਵੇਂ ਲੈਦਰ ਇੰਡਸਟਰੀ ਹੈ, ਲੈਦਰ ਇੰਡਸਟਰੀ ਦੇ ਵਿੱਚ ਕ੍ਰੋਮੀਅਮ ਯੂਜ਼ ਹੁੰਦਾ। ਕ੍ਰੋਮੀਅਮ ਅਤੇ ਕੈਲਸ਼ੀਅਮ ਬਹੁਤੇ ਸਿਮਿਲਰ ਨੇ ਇਸ ਗੱਲ ਦੇ ਵਿੱਚ ਕਿ ਉਹਨਾਂ 'ਚ ਹੈਕਸਾਵੈਲੈਂਸੀ ਹੁੰਦੀ ਹੈ। ਅਤੇ ਉਹਦੇ ਵਿੱਚ ਕੀ ਹੁੰਦਾ ਕਿ ਜਦੋਂ ਪੰਛੀ ਕੋਈ ਵੀ ਕ੍ਰੋਮੀਅਮ ਪੋਲਿਊਟਡ ਪਾਣੀ ਪੀਂਦਾ ਹੈ ਜਾਂ ਕੋਈ ਫਿਸ਼ ਨੂੰ ਕੰਜ਼ਿਊਮ ਕਰਦਾ, ਤਾਂ ਉਹਦੇ ਨਾਲ ਕੀ ਹੁੰਦਾ ਕਿ ਉਹ ਅੰਦਰ ਜਾ ਕੇ ਸਭ ਤੋਂ ਪਹਿਲਾਂ ਤਾਂ ਉਹਨਾਂ ਦੀਆਂ ਹੱਡੀਆਂ ਦੇ ਉੱਪਰ ਅਸਰ ਪਾਉਂਦਾ, ਕਿਉਂਕਿ ਕੈਲਸ਼ੀਅਮ ਰਿਪਲੇਸ ਹੋ ਜਾਂਦਾ ਅਤੇ ਉੱਥੇ ਕ੍ਰੋਮੀਅਮ ਆ ਜਾਂਦਾ, ਜਿਹਦੇ ਕਰਕੇ ਉਹਨਾਂ ਦੀਆਂ ਹੱਡੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਅਤੇ ਉਸ ਤੋਂ ਬਿਨਾਂ ਕੀ ਹੁੰਦਾ, ਜਿਹੜਾ ਐਗ ਸ਼ੈੱਲ ਹੈ, ਐਗ ਸ਼ੈੱਲ ਦੇ ਵਿੱਚ ਵੀ ਕੈਲਸ਼ੀਅਮ ਕਾਰਬੋਨੇਟ ਹੈ, ਅਤੇ ਉਹ ਕੈਲਸ਼ੀਅਮ ਦੀ ਜਗ੍ਹਾ 'ਤੇ ਕ੍ਰੋਮੀਅਮ ਆਉਣ ਦੇ ਕਾਰਨ ਉਹਨਾਂ ਦੇ ਆਂਡੇ ਬਹੁਤ ਕਮਜ਼ੋਰ ਹੁੰਦੇ ਨੇ, ਅਤੇ ਉਹ ਜਦੋਂ ਪੰਛੀ ਉੱਪਰ ਬੈਠਦੇ ਨੇ ਤਾਂ ਉਹ ਹੈਚ ਨਹੀਂ ਹੁੰਦੇ, ਟੁੱਟ ਜਾਂਦੇ ਨੇ, ਅਤੇ ਉਹਦੇ ਕਰਕੇ ਵੀ ਪੰਛੀਆਂ ਦੀ ਪਾਪੂਲੇਸ਼ਨ ਘੱਟ ਰਹੀ ਹੈ। ਅਤੇ ਦੂਸਰੇ ਨੰਬਰ 'ਤੇ ਜਿਹੜੀ ਆਪਣੀ ਹੈਗੀ ਹੈ, ਜਿਸ ਤਰ੍ਹਾਂ ਕੈਡਮੀਅਮ ਹੁੰਦਾ ਆਪਣੀਆਂ ਬੈਟਰੀਜ਼ ਦੇ ਵਿੱਚ ਯੂਜ਼ ਹੁੰਦਾ ਜਾਂ ਹੋਰ ਇੰਡਸਟਰੀ 'ਚ ਵੀ ਯੂਜ਼ ਹੁੰਦਾ, ਜਦੋਂ ਉਹ ਪਾਣੀ ਦੇ ਵਿੱਚ ਆਉਂਦਾ ਤਾਂ ਉਹਦੇ ਨਾਲ ਫਿਸ਼ ਦਾ ਜਿਹੜਾ ਰੀਪਰੋਡਕਟਿਵ ਸਿਸਟਮ ਹੈ ਉਹ ਵੀ ਬਹੁਤ ਜ਼ਿਆਦਾ ਡਿਸਟਰਬ ਹੁੰਦਾ, ਜਿਹਦੇ ਕਰਕੇ ਪਾਪੂਲੇਸ਼ਨ ਘਟਦੀ ਹੈ, ਅਤੇ ਅਲਟੀਮੇਟਲੀ ਉਹਨੇ ਪੰਛੀਆਂ ਦੇ ਉੱਪਰ ਵੀ ਇਫੈਕਟ ਕਰਨਾ ਹੀ ਹੈ। ਓਕੇ, ਅਤੇ ਮੈਂ ਇਹਨੂੰ ਜਿਹੜਾ ਸਿੰਪਲ ਭਾਸ਼ਾ 'ਚ ਤੋੜਨ ਦੀ ਕੋਸ਼ਿਸ਼ ਕਰਦਾ ਤਾਂ ਕਿ ਆਮ ਲੋਕ ਵੀ ਸਮਝ ਸਕਣ। ਜਿਹੜਾ ਤੁਸੀਂ ਗੱਲ ਕੀਤੀ ਹੈ ਕੈਲਸ਼ੀਅਮ ਅਤੇ ਕ੍ਰੋਮੀਅਮ ਦੀ, ਅਤੇ ਕੈਲਸ਼ੀਅਮ ਅਤੇ ਕ੍ਰੋਮੀਅਮ ਜਿਹੜਾ ਨਾ ਜਦੋਂ ਜਿਹੜੇ ਪੰਛੀ ਨੇ ਜਦੋਂ ਆਂਡੇ ਦੇਣੇ ਹੁੰਦੇ ਨੇ, ਕਿਸੇ ਵੀ ਜਦੋਂ ਜਿਹੜੀ ਮਾਦਾ ਆ ਉਹਨੇ ਆਂਡੇ ਦੇਣੇ ਹੁੰਦੇ ਆ, ਅਤੇ ਉਹ ਕੈਲਸ਼ੀਅਮ ਦਾ ਬਹੁਤ ਜ਼ਿਆਦਾ ਕੰਜ਼ਿਊਮ ਕਰਦੀ ਹੈ। ਪਿੰਡਾਂ ਦੇ ਵਿੱਚ ਜਾਂ ਪੋਲਟਰੀ ਜਾਂ ਖੇਤੀਬਾੜੀ ਨਾਲ ਸੰਬੰਧ ਰੱਖਣ ਵਾਲੇ ਲੋਕ ਜਾਣਦੇ ਨੇ ਕਿ ਉਹ ਆਪਦੇ ਜਿਹੜੇ ਘਰੇਲੂ ਮੁਰਗੀਆਂ ਹੁੰਦੀਆਂ ਨੇ ਉਹਨੂੰ ਉਹ ਕੈਲਸ਼ੀਅਮ ਜਿਹੜਾ ਚੂਨਾ ਜਿਹਨੂੰ ਕਹਿੰਦੇ ਆ ਉਹ ਪਾਉਂਦੇ, ਕਲੀ ਉਹਨੂੰ ਪਾਉਂਦੇ ਆ ਤਾਂ ਕਿ ਉਹਨਾਂ ਦੇ ਆਂਡੇ ਦਾ ਜਿਹੜਾ ਸ਼ੈੱਲ ਉਹ ਬਣੇ। ਅਤੇ ਉਸੇ ਤਰ੍ਹਾਂ ਜਿਹੜੇ ਪੰਛੀ ਨੇ ਉਹ ਵੀ ਜਦੋਂ ਜਦੋਂ ਉਹ ਮੱਛੀਆਂ ਖਾਂਦੇ ਨੇ ਜਾਂ ਕੋਈ ਹੋਰ ਕੀੜੇ ਮਕੌੜੇ ਖਾਂਦੇ ਨੇ ਅਤੇ ਉਹਨਾਂ ਤੋਂ ਉਹਨਾਂ ਨੂੰ ਕੈਲਸ਼ੀਅਮ ਜਿਹੜਾ ਹੈ ਐਜ਼ ਅ ਨਿਊਟਰੀਐਂਟ ਮਿਲਦਾ। ਅਤੇ ਕੈਲਸ਼ੀਅਮ ਜਿਹੜਾ ਜਦੋਂ ਹੁਣ ਕ੍ਰੋਮੀਅਮ ਦੇ ਨਾਲ ਜਿਹੜਾ ਕ੍ਰੋਮੀਅਮ ਜਦੋਂ ਰਿਚ ਜਿਹੜਾ ਡਾਈਟ ਲੈਂਦੇ ਨੇ ਉਹ ਜਿਹੜੀ ਪੋਲਿਊਸ਼ਨ ਦੇ ਨਾਲ ਮਿਲਦੀ ਹੈ, ਜਿਹੜਾ ਡਾਈਂਗ ਇੰਡਸਟਰੀ ਰਿਲੀਜ਼ ਹੁੰਦਾ, ਉਹ ਜਿਹੜਾ ਆਂਡੇ ਦਾ ਸ਼ੈੱਲ ਹੈ ਉਹਦੇ ਵਿੱਚ ਕੈਲਸ਼ੀਅਮ ਦੀ ਬਜਾਏ ਕ੍ਰੋਮੀਅਮ ਅਟੈਚ ਹੋ ਜਾਂਦਾ, ਜਿਹੜਾ ਕਿ ਸਟਰਕਚਰਲੀ ਇੰਨਾ ਮਜ਼ਬੂਤ ਨਹੀਂ ਹੁੰਦਾ ਜਿੰਨਾ ਕਿ ਕੈਲਸ਼ੀਅਮ ਹੁੰਦਾ। ਜਦੋਂ ਉਹ ਇੱਥੇ ਆਂਡਿਆਂ ਨੂੰ ਜਦੋਂ ਇੱਥੇ ਆਈਲੈਂਡ ਬਣੇ ਹੋਏ ਨੇ ਥਾਂ ਉਹਦੇ ਵਿੱਚ ਪਾਣੀ ਜਿਹੜਾ ਆਈਲੈਂਡ ਨੇ ਸਮੁੰਦਰ ਦੇ ਉੱਪਰ ਜਾਂ ਕਹਿ ਲਓ ਪਾਣੀ ਦੇ ਉੱਪਰ ਤੈਰਦੇ ਹੋਏ ਉਹ ਦੀਪ ਨੇ, ਛੋਟੇ ਛੋਟੇ ਦੀਪ ਦੇਖਣ ਤੁਸੀਂ, ਘਾਹ ਦੇ ਜਿਹੜੇ ਮੈਦਾਨ ਜਿਹੜਾ ਇਹ ਸਾਰੇ ਆਈਲੈਂਡਸ ਨੇ ਵਿੱਚ, ਇਹਨਾਂ ਵਿੱਚੋਂ ਪਾਣੀ ਨਿਕਲਦਾ ਅਤੇ ਇਹ ਘਾਹ ਦੇ ਮੈਦਾਨ ਨੇ। ਇਹਨਾਂ ਦਾ ਬੇਸ ਜਿਹੜਾ ਆ ਉਹ ਪੋਲੀ ਮਿੱਟੀ ਦੇ ਉੱਪਰ ਉੱਗਿਆ ਹੋਇਆ ਸੰਘਣਾ ਘਾਹ ਆ ਜਿਹਦੀ ਜੜ੍ਹਾਂ ਬਹੁਤ ਮਜ਼ਬੂਤ ਨੇ, ਅਤੇ ਇਹਨਾਂ ਦੇ ਉੱਪਰ ਜਦੋਂ ਉਹ ਆਂਡੇ ਆਲਣੇ ਦੇ ਕੇ ਆਂਡੇ ਦਿੰਦੇ ਨੇ ਅਤੇ ਉਹਨਾਂ ਆਂਡਿਆਂ ਨੂੰ ਜਦੋਂ ਉਹ ਸੇਕਣ ਲਈ ਜਾਂ ਹੈਚਿੰਗ ਕਰਨ ਲਈ ਉਹਨਾਂ ਉੱਪਰ ਬੈਠਦੇ ਨੇ ਤਾਂ ਉਹ ਜਿਹੜਾ ਕੈਲਸ਼ੀਅਮ ਜਿਹਦੀ ਜਗ੍ਹਾ 'ਤੇ ਹੁਣ ਕ੍ਰੋਮੀਅਮ ਆਇਆ ਹੁੰਦਾ, ਇਹੀ ਕਹਿਣਾ ਚਾਹ ਰਹੇ ਹੋ, ਅਤੇ ਉਹ ਪੰਛੀ ਦਾ ਵਜ਼ਨ ਨਹੀਂ ਝੱਲ ਸਕਦੇ ਅਤੇ ਉਹ ਟੁੱਟ ਜਾਂਦੇ ਨੇ ਜਾਂ ਫਿਸ ਜਾਂਦੇ ਨੇ ਜਾਂ ਕਰੈਕ ਹੋ ਕੇ ਲੀਕ ਹੋ ਜਾਂਦੇ ਨੇ, ਫਿਰ ਉਹਨਾਂ 'ਚੋਂ ਬੱਚੇ ਨਹੀਂ ਨਿਕਲਦੇ। ਅਤੇ ਇੱਕ ਵਾਰੀ ਆਏ ਹੋਏ ਪੰਛੀ ਇੱਥੇ ਜਦੋਂ ਬਾਰ-ਬਾਰ ਇਹੀ ਪ੍ਰਕਿਰਿਆ ਕਰਦੇ ਨੇ ਤਾਂ ਵਾਪਸ ਉਹ ਇਕੱਲਿਆਂ ਹੀ ਵਾਪਸ ਆਉਂਦੇ ਨੇ, ਉਹਨਾਂ ਦੇ ਬੱਚੇ ਪੈਦਾ ਹੁੰਦੇ ਇੱਥੇ ਨਹੀਂ ਦਿਖਦੇ। ਅਤੇ ਹਰ ਸਾਲ ਜਿਹਦੇ ਕਰਕੇ ਜਦੋਂ ਇੱਥੋਂ ਨਵੇਂ ਜੰਮ ਕੇ ਬੱਚੇ ਜਾਣੇ ਹੀ ਨਹੀਂ ਤਾਂ ਉੱਥੋਂ ਆਉਣ ਵਾਲੇ ਪੰਛੀ ਜਿਹੜੇ ਹਰ ਸਾਲ ਆਉਂਦੇ ਬੁੱਢੇ ਹੋਈ ਜਾਂਦੇ ਨੇ, ਅਤੇ ਇੱਕ ਟਾਈਮ ਆਉਣ ਵਾਲਾ ਹੀ ਹੈ, ਬਹੁਤੇ ਦਿਨ ਦੂਰ ਨਹੀਂ ਲੱਗਦੇ ਮੈਨੂੰ, ਜਦੋਂ ਪੰਛੀ ਆਉਣੇ ਹੀ ਬੰਦ ਹੋ ਜਾਣਗੇ, ਕਿਉਂਕਿ ਜਿੱਥੇ ਉਹ ਜੰਮਦੇ ਨੇ ਬੱਚੇ ਆਪਣੇ ਆ ਕੇ ਉਹ ਜਗ੍ਹਾ ਉਹਨਾਂ ਦੇ ਲਈ ਉਨੀ ਲਾਹੇਵੰਦ ਹੈ ਨਹੀਂ, ਉਲਟਾ ਨੁਕਸਾਨਦੇਹ ਆ ਉਹਨਾਂ ਦੀ ਆਪਦੀ ਪ੍ਰਜਾਤੀ ਲਈ। ਪੰਛੀਆਂ ਨੇ ਵੀ ਇਹ ਗੱਲ ਸਿੱਖ ਲਈ ਆ, ਅਤੇ ਬੜੇ ਸਾਰੇ ਰਿਸਰਚ ਪੇਪਰ ਨੇ ਜਿੱਥੋਂ ਪਤਾ ਲੱਗਦਾ ਕਿ ਜਿਹੜੇ ਪੰਛੀ ਨੇ ਹੁਣ ਈਰਾਨ ਵਾਲੇ ਪਾਸੇ ਜਾਂਦੇ ਨੇ, ਕਿਉਂਕਿ ਉੱਥੇ ਇਹ ਪੋਲਿਊਸ਼ਨ ਘੱਟ ਨੇ ਅਤੇ ਉੱਥੇ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਜਨਮ ਦਿੰਦੇ ਨੇ, ਉਹ ਬੱਚੇ ਪੈਦਾ ਹੋ ਜਾਂਦੇ ਨੇ, ਅਤੇ ਉਹ ਉਹਨਾਂ ਦੀ ਵਸੋਂ ਜਿਹੜੀ ਆ ਜਾਂ ਉਹਨਾਂ ਦੀ ਪਾਪੂਲੇਸ਼ਨ ਜਿਹੜੀ ਬਚੀ ਰਹਿੰਦੀ ਆ। ਇਹ ਗੱਲ ਪੰਛੀ ਬਹੁਤ ਭਲੀ ਭਾਂਤ ਜਾਣਦੇ ਨੇ, ਅਤੇ ਬਹੁਤ ਸਾਰੀਆਂ ਜਗ੍ਹਾ ਦੇ ਉੱਪਰ ਦੇਖਿਆ ਗਿਆ ਕਿ ਉਹਨਾਂ ਦਾ ਮਾਈਗ੍ਰੇਟਰੀ ਦਾ ਰੂਟ ਹੈ ਉਹ ਸ਼ਿਫਟ ਕਰ ਗਿਆ। ਇਹ ਇੰਡੀਆ ਲਈ ਕੋਈ ਬਹੁਤ ਹੀ ਵੱਡੀ ਗੱਲ ਨਹੀਂ, ਚੰਗੀ ਖਬਰ ਨਹੀਂ ਹੈ
ਤੇ ਇਹ ਦੇਖਿਆ ਜਾਵੇ ਤਾਂ ਸਾਡੇ ਧਰਤੀ ਦੇ ਗੰਦਲੇ ਹੋਣ ਦਾ ਇੰਡੀਕੇਟਰ ਹੈ ਬਹੁਤ ਵੱਡਾ, ਕਿ ਸਾਡੇ ਇੱਥੇ ਪੰਛੀ ਜਾਂ ਕੁਦਰਤ ਨੇ ਆਪਦੇ ਪੰਛੀ ਸਾਡੇ ਤੋਂ ਦੂਰ ਕਰ ਲਏ, ਕਿਉਂਕਿ ਅਸੀਂ ਉਹਨਾਂ ਨੂੰ ਰਹਿਣ ਦੇ ਲਈ ਬਹੁਤਾ ਚੰਗੀ ਤਰ੍ਹਾਂ ਨਾਲ ਘਰ ਜਾਂ ਉਹਨਾਂ ਦੀ ਸਹੂਲਤਾਂ ਜਾਂ ਉਹਨਾਂ ਦੀ ਹੈਬਿਟੇਟ ਨੂੰ ਚੰਗਾ ਰੱਖਣ ਵਿੱਚ ਨਾਕਾਮਯਾਬ ਰਹੇ ਹਾਂ, ਤਾਂ ਉਲਟਾ ਅਸੀਂ ਖਰਾਬ ਹੀ ਕੀਤਾ। ਤੇ ਇੱਕ ਯਾਦ ਨੂੰ ਤੁਸੀਂ ਗੱਲ ਕੀਤੀ ਜਿਹੜੀ ਮੈਂ ਸੀਵਰੇਜ ਪਾਣੀ ਦਾ ਐਡ ਕਰਦਾ, ਤੇ ਸੀਵਰੇਜ ਸਤਲੁਜ ਦੇ ਵਿੱਚ ਜਿਹੜੀ ਸੀਵਰੇਜ ਦੀ ਸਮੱਸਿਆ ਹੈ ਉਹ ਹੈਗੀ ਹੈ ਜੀ ਬੁੱਢੇ ਨਾਲੇ ਤੋਂ। ਬੁੱਢਾ ਨਾਲਾ ਕਿੱਥੇ ਹੈ ਜੀ? ਬੁੱਢਾ ਨਾਲਾ ਲੁਧਿਆਣੇ ਦੇ ਵਿੱਚ ਇੱਕ ਨਾਲਾ ਸੀ ਜੋ ਬਹੁਤ ਸਾਫ਼ ਮੰਨਿਆ ਜਾਂਦਾ ਸੀ, 1970 ਦੇ ਲਾਗੇ ਛਾਗੇ ਦੀ ਗੱਲ ਹੈ। ਮੇਰੇ ਫਾਦਰ ਮੈਨੂੰ ਬਹੁਤ ਵਾਰ ਦੱਸਦੇ ਨੇ ਕਿ ਉਹ ਜਿਹੜਾ ਨਾਲਾ ਹੈ ਉਹ 'ਚ ਪਾਣੀ ਸਾਫ਼ ਹੁੰਦਾ ਸੀਗਾ, ਤੇ ਉਹ ਲੋਕ ਕਈ ਪਾਣੀ ਪੀਂਦੇ ਵੀ ਸੀ, ਉੱਥੇ ਕੱਪੜੇ ਵੀ ਧੋਂਦੇ ਸੀ। ਅੱਜ ਤੁਸੀਂ ਜਾ ਕੇ ਦੇਖੋ ਨਾਲੇ ਦੀ ਹਾਲਤ ਬਹੁਤ ਖ਼ਰਾਬ ਹੈ। ਉਹ ਨਾਲਾ ਤੁਸੀਂ ਉਹ ਬੁੱਢਾ ਨਾਲਾ ਨਾ ਹੋ ਕੇ ਉਹਨੂੰ ਹੁਣ ਅੱਜ ਕੱਲ੍ਹ ਗੰਦਾ ਨਾਲਾ ਕਿਹਾ ਜਾਂਦਾ, ਤੇ ਜਿੰਨੇ ਵੀ ਯੰਗ ਜਨਰੇਸ਼ਨਸ ਨੇ ਉਹਨਾਂ ਨੂੰ ਉਹਦਾ ਬੁੱਢਾ ਨਾਲਾ ਨਾਂ ਤਾਂ ਪਤਾ ਹੀ ਨਹੀਂ। ਬਹੁਤੇ ਲੋਕ ਉਹਨੂੰ ਗੰਦੇ ਨਾਲੇ ਦੇ ਨਾਂ ਨਾਲ ਬੁਲਾਉਂਦੇ ਨੇ, ਸੰਬੋਧਨ ਕਰਦੇ ਨੇ। ਤੇ ਉਹਦੀ ਰੀਜ਼ਨ ਕੀ ਹੈ ਕਿ ਲੁਧਿਆਣੇ ਦੇ ਵਿੱਚ ਡਾਈਂਗ ਇੰਡਸਟਰੀ ਹੈ ਜੀ, ਤੇ ਕਰੀਬਨ ਹਰ ਰੋਜ਼ 2 ਲੱਖ ਲੀਟਰ 2 ਲੱਖ ਜਾਂ 20 ਲੱਖ ਲੀਟਰ 20 ਲੱਖ ਲੀਟਰ ਪਾਣੀ ਜਿਹੜਾ ਆ ਉਹ ਐਡ ਕਰਦਾ ਹੈ 2000 ਕਿਲੋ ਲੀਟਰ, ਜਿਹਨੂੰ ਆਪਾਂ ਕਹੀਏ ਆਫੀਸ਼ੀਅਲ ਲੈਂਗੁਏਜ 'ਚ ਕਿ 2000 ਕਿਲੋ ਲੀਟਰ ਜਿਹੜਾ ਪਾਣੀ ਹੈ ਉਹ ਰਿਲੀਜ਼ ਹੁੰਦਾ ਹੈ ਬੁੱਢੇ ਨਾਲੇ ਦੇ ਥਰੂ, ਸਤਲੁਜ ਦੇ ਬਿਨਾਂ ਟਰੀਟ ਕੀਤਾ ਹੋਇਆ ਪਾਣੀ। ਤੇ ਲੁਧਿਆਣੇ ਦੇ ਵਿੱਚ ਤਕਰੀਬਨ ਹੁਣ ਤੱਕ ਇੱਕ ਅੱਧੀ ETP STPs ਹੋਰ ਚੱਲ ਗਈਆਂ। ਇੱਥੇ ETP ਪਲਾਂਟਸ ਨੇ ਜੀ, ਜਿਹੜੇ CETP ਕਹਿੰਦੇ ਆ ਉਹਨਾਂ ਨੂੰ, ਕਾਮਨ ਐਫਲੂਐਂਟ ਟਰੀਟਮੈਂਟ ਪਲਾਂਟਸ ਹੁੰਦੇ ਨੇ। ਤੇ ਇਹ 3 ਸੀਗੇ ਜੀ, ਉਹਨਾਂ 'ਚੋਂ ਸਿਰਫ ਇੱਕ ਹੀ ਕੰਮ ਕਰਦਾ ਸੀਗਾ, ਤੇ ਬਾਕੀ ਜਿਹੜੇ ਵੱਡੀ ਕੈਪੈਸਿਟੀ ਦੇ ਪਲਾਂਟ ਹੁੰਦੇ ਸੀ ਉਹ ਬੰਦ ਹੀ ਰਹਿੰਦੇ ਨੇ ਮੋਸਟਲੀ। ਤੇ ਇਸ ਕਰਕੇ ਪਾਣੀ ਜਿਹੜਾ ਉਹ ਸਿੱਧਾ ਹੀ ਡਿਸਚਾਰਜ ਜਿਹੜਾ ਆ ਉਹ ਇਹਨਾਂ ਬੁੱਢੇ ਨਾਲੇ ਵਿੱਚ ਕਰ ਦਿੱਤਾ ਜਾਂਦਾ। ਉਹਦੀ ਵਜ੍ਹਾ ਕਰਕੇ ਤੁਸੀਂ ਜੇ ਸਤਲੁਜ ਸਟ੍ਰੈਚ 'ਚ ਕਦੇ ਜਾਓ ਤਾਂ ਸਾਰੀ ਜਿਹੜੀ ਪ੍ਰੋਬਲਮ ਹੈ ਪੰਛੀਆਂ ਦੇ ਆਲ੍ਹਣੇ ਦੀ ਆਪਾਂ ਗੱਲ ਕੀਤੀ ਹੈ ਉਸ ਪਾਸੇ ਜ਼ਿਆਦਾ ਗੰਭੀਰ ਹੈ ਜੀ। ਚਲੋ ਇਹਦੇ ਉੱਪਰ ਕੋਈ ਹੋਰ ਤੁਸੀਂ ਕੋਈ ਚਾਨਣਾ ਪਾਉਣਾ ਚਾਹੋਗੇ, ਹੋਰ ਕੀ ਵਜ੍ਹਾ? ਮੇਨ ਤਾਂ ਇਹੀ ਹੁੰਦਾ ਹੀ ਕਿ ਕੱਲੀ ਆਪਾਂ ਡਾਈਂਗ ਇੰਡਸਟਰੀ ਨੂੰ ਛੱਡ ਕੇ ਆਪਾਂ ਹੋਰ ਵੀ ਜਿਹੜਾ ਹਾਊਸ ਹੋਲਡ ਦਾ ਆਪਾਂ ਵੇਸਟ ਹੈ, ਜਾਂ ਆਪਾਂ ਕਹੀਏ ਬਹੁਤੀ ਵਾਰੀ ਆਪਾਂ ਜਿਵੇਂ ਕਿਚਨ ਵੇਸਟ ਹੁੰਦਾ, ਸਬਜ਼ੀ ਭਾਜੀ ਆਪਾਂ ਉਹ ਚੀਜ਼ ਸਿੰਕ ਦੇ ਵਿੱਚ ਹੀ ਡੋਲ ਦਿੰਦੇ ਹਾਂ। ਉਹਦੇ ਨਾਲ ਕੀ ਹੁੰਦਾ, ਉਹ ਪਾਣੀ ਦੇ ਵਿੱਚ ਚਲੀ ਜਾਂਦੀ ਹੈ। ਪਾਣੀ ਦੇ ਵਿੱਚ ਜਾਣ ਦੇ ਨਾਲ ਕੀ ਹੁੰਦਾ, ਉਹਨੂੰ ਡੀਕੰਪੋਜ਼ ਕਰਨ ਦੇ ਲਈ ਆਕਸੀਜਨ ਚਾਹੀਦੀ ਹੈ, ਅਤੇ ਉਹਦੇ ਨਾਲ ਕੀ ਹੁੰਦਾ, ਬਾਇਓਲੋਜੀਕਲ ਆਕਸੀਜਨ ਡਿਮਾਂਡ ਵੱਧ ਜਾਂਦੀ ਹੈ। ਕਿ ਜਿੰਨੀ ਆਪਾਂ ਕੋਈ ਕਹੀਏ ਕਿ ਆਰਗੈਨਿਕ ਮੈਟਰ ਹੈ, ਕੋਈ ਜੀਵ ਤੱਤ ਹੈ, ਜੈਵਿਕ ਤੱਤ ਹੈ, ਅਤੇ ਉਹਨੂੰ ਡੀਕੰਪੋਜ਼ ਕਰਨ ਦੇ ਲਈ ਆਕਸੀਜਨ ਚਾਹੀਦੀ ਹੈ, ਅਤੇ ਉਹ ਆਕਸੀਜਨ ਫਿਰ ਘੱਟ ਜਾਂਦੀ ਹੈ, ਜਿਹਦੇ ਕਰਕੇ ਮੱਛੀਆਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ, ਅਤੇ ਦੈਨ ਉਹਨਾਂ ਦੀ ਡੈਥ ਹੋ ਜਾਂਦੀ ਹੈ। ਅਤੇ STPs ਕੀ ਕਰਦੇ ਨੇ ਜਾਂ ETPs ਕੀ ਕਰਦੇ ਨੇ, ਇਹ ਸਾਰੇ ਜਿਹੜੀ ਪ੍ਰਕਿਰਿਆ ਹੋਣੀ ਹੈ ਨੈਚੁਰਲੀ, ਉਹਨੂੰ ਆਰਟੀਫਿਸ਼ਲੀ ਕਰਕੇ ਜਿਹੜਾ ਰਿਲੀਜ਼ ਕਰਦੇ ਨੇ ਪਾਣੀ, ਉਹਦੇ ਵਿੱਚ ਬਾਇਓਲੋਜੀਕਲ ਆਕਸੀਜਨ ਡਿਮਾਂਡ ਬਹੁਤ ਘੱਟ ਹੁੰਦੀ ਹੈ, ਅਤੇ ਪਾਣੀ ਉਹ ਇੰਨਾ ਜ਼ਿਆਦਾ ਇਫੈਕਟ ਨਹੀਂ ਕਰਦਾ ਕਿ ਮੱਛੀਆਂ ਨੂੰ ਸਾਹ ਲੈਣ 'ਚ ਦਿੱਕਤ ਆਵੇ। ਇਕੱਲੀਆਂ ਮੱਛੀਆਂ ਨਹੀਂ, ਬਾਕੀ ਹੋਰ ਜਿਹੜੇ ਜੀਵ ਜੰਤੂ ਵਿੱਚ ਹੈਗੇ ਨੇ। ਤਾਂ ਇਸ ਲਈ ਹੁਣ ਮਤਲਬ ਰੀਸੈਂਟਲੀ ਗਵਰਨਮੈਂਟ ਨੇ ਇਹ ਕੀਤਾ ਕਿ ਸਟਾਰਟ ਕਰ ਰਹੇ ਨੇ ਉਹ ਅਲੱਗ-ਅਲੱਗ ਜਗ੍ਹਾ ਦੇ ਉੱਪਰ, ਤਾਂ ਬਹੁਤ ਵਧੀਆ ਉਪਰਾਲਾ ਹੈ। ਅਤੇ ਸੇਮ ਚੀਜ਼ ਕੈਨੇਡਾ ਦੇ ਵਿੱਚ ਵੀ ਹੁੰਦੀ ਹੈ, ਅਤੇ ਜਿੰਨਾ ਆਪਣਾ ਸੀਵੇਜ ਟਰੀਟਮੈਂਟ ਪਲਾਂਟ ਲੱਗੇ ਹੋਏ ਨੇ ਉੱਥੇ, ਅਤੇ ਉਹਨੂੰ ਟਰੀਟ ਕਰਕੇ ਹੀ ਰਿਲੀਜ਼ ਕਰਦੇ ਨੇ। ਬਟ ਹਾਂ ਮਤਲਬ ਇਹ ਤਾਂ ਹੈਗਾ ਹੀ ਹੈ ਕਿ ਇੰਨੇ ਜ਼ਿਆਦਾ ਕਾਰਗਰ ਵੀ ਨਹੀਂ ਹੈਗੇ, ਕਿਉਂਕਿ ਕੈਨੇਡਾ ਦੇ ਵਿੱਚ ਵੀ ਰਿਵਰਸ ਨੇ ਜਿਹੜੀਆਂ ਟੋਟਲ ਜਿਹੜੇ 11 ਵਾਟਰ ਸ਼ੈੱਡ ਨੇ, ਉਹਨਾਂ 'ਚੋਂ 8 ਨੇ ਜਿਹੜੇ ਹਾਈਲੀ ਜਾਂ ਵੈਰੀ ਹਾਈਲੀ ਜਾਂ ਹਾਈਲੀ ਪੋਲਿਊਟਡ ਕੈਟਾਗਰੀ 'ਚ ਆਉਂਦੇ ਨੇ। ਅਤੇ ਕਿਉਂਕਿ ਉੱਥੇ ਵੀ ਇੰਡਸਟਰੀ ਬਹੁਤ ਜ਼ਿਆਦਾ ਹੈ, ਇਹ ਮਾਈਨਿੰਗ ਇੰਡਸਟਰੀ ਹੋ ਗਈ, ਪਲਪ ਅਤੇ ਆਪਣੀ ਪੇਪਰ ਐਂਡ ਪਲਪ ਇੰਡਸਟਰੀ ਹੋ ਗਈ, ਅਤੇ ਬਾਕੀ ਆਪਣਾ ਜਿਹੜਾ ਰੋਜ਼ ਦਾ ਹਾਊਸ ਹੋਲਡ ਦੇ ਵਿੱਚੋਂ ਵੇਸਟ ਨਿਕਲਦਾ ਉਹ ਤਾਂ ਹੈਗਾ ਹੀ ਹੈ। ਓਕੇ, ਹਾਂਜੀ। ਤੋ ਯਾਦਵਿੰਦਰ ਨੇ ਇੱਕ ਬੜੀ ਵਧੀਆ ਗੱਲ ਦੱਸੀ ਕਿ BOD ਦੀ ਗੱਲ ਕਰਦੇ ਪਏ ਸੀ ਆਪਾਂ ਥੋੜ੍ਹੀ ਦੇਰ ਪਹਿਲਾਂ ਡਿਸਕਸ ਕੀਤਾ, ਜਿਹੜਾ ਰਿਵਰ ਬਿਆਸ ਵਾਲਾ ਜਿਹੜਾ 2018 ਦੀ ਟ੍ਰੈਜਡੀ ਹੈ, ਉਹਦੀ ਵੱਡੀ ਵਜ੍ਹਾ ਵੀ ਇਹੀ ਸੀਗੀ। ਤੁਸੀਂ ਬਾਇਓਟੈਕਨੋਲੋਜੀ ਨਾਲ ਸੰਬੰਧ ਰੱਖਦੇ ਹੋ, ਮੋਲੈਸਿਸ ਬਾਰੇ ਮਾੜਾ ਦੱਸੋਗੇ ਕਿ ਮੋਲੈਸਿਸ ਦਾ ਕੰਮ ਕੀ ਹੈ, ਕਿਵੇਂ ਕੰਮ ਕਰਦੇ ਨੇ, ਜਾਂ ਕਿਵੇਂ ਪਾਣੀ ਨੂੰ ਪੋਲਿਊਟ ਕੀਤਾ ਹੋਊਗਾ ਉਹਨਾਂ ਨੇ? ਮੋਲੈਸਿਸ ਐਕਚੁਅਲ ਦੇ ਵਿੱਚ ਬਾਏ ਪ੍ਰੋਡਕਟ ਹੈ ਆਪਣਾ, ਜਿਹੜਾ ਸ਼ੂਗਰ ਕੇਨ ਇੰਡਸਟਰੀ ਹੈ, ਜਾਂ ਉਸ ਮਤਲਬ ਉਸ ਦੇ ਰਿਲੇਟਡ ਜਿਹੜੀਆਂ ਹੋਰ ਇੰਡਸਟਰੀ ਨੇ, ਆਪਾਂ ਕਹਿ ਦਈਏ ਕਿ ਅਲਕੋਹਲ ਤਿਆਰ ਹੁੰਦੀ ਹੈ, ਅਤੇ ਤਾਂ ਉਹਦੇ ਵਿੱਚ ਕੀ ਹੁੰਦਾ, ਸ਼ੂਗਰ ਕੰਟੈਂਟ ਤਾਂ ਹੁੰਦਾ ਹੀ ਹੈ, ਕਿਉਂਕਿ ਸਾਰਾ ਸ਼ੂਗਰ ਦਾ ਆਪਾਂ ਉਹ 'ਚੋਂ ਕੱਢ ਨਹੀਂ ਲੈਂਦੇ। ਤਾਂ ਸ਼ੂਗਰ ਇੱਕ ਤਰ੍ਹਾਂ ਆਰਗੈਨਿਕ ਮੈਟਰ ਹੋ ਗਿਆ, ਅਤੇ ਉਹ ਜਦੋਂ ਰਿਲੀਜ਼ ਹੋਣਾ ਹੈ ਵਾਟਰ ਦੇ ਵਿੱਚ, ਤਾਂ ਉਹਨੂੰ ਡੀਕੰਪੋਜ਼ ਕਰਨ ਦੇ ਲਈ ਓਬਵੀਅਸ ਜੀ ਗੱਲ ਆ, ਆਕਸੀਜਨ ਦੀ ਲੋੜ ਪੈਣੀ ਹੈ, ਅਤੇ ਤਾਂ ਬਾਇਓਲੋਜੀਕਲ ਆਕਸੀਜਨ ਡਿਮਾਂਡ ਵੱਧ ਜਾਣੀ ਹੈ, ਜਿਹਦੇ ਕਰਕੇ ਜਿਹੜੀ ਕਿਉਂਕਿ ਵਾਟਰ ਦੇ ਵਿੱਚ ਤਾਂ ਆਕਸੀਜਨ ਲਿਮਿਟਡ ਹੈ ਨਾ, ਇੱਕ
ਆਪਾਂ ਕੈਰਿੰਗ ਕਪੈਸਿਟੀ ਦੀ ਜਿਵੇਂ ਗੱਲ Dissolved ਕਰਦੇ oxygen ਕਹਿੰਦੇ ਹਾਂਜੀ ਉਹਨੂੰ। ਡਿਜ਼ੋਲਵਡ ਆਕਸੀਜਨ ਉਹ ਇੱਕ ਪਾਰਟੀਕੂਲਰ ਮਤਲਬ ਕਿ ਇੰਨੇ ਲੀਟਰ ਪਾਣੀ ਦੇ ਵਿੱਚ ਜਾਂ ਇੰਨੇ ਗੈਲਨ ਪਾਣੀ ਦੇ ਵਿੱਚ ਇੰਨੇ ਆਪਾਂ ਸਸਟੇਨ ਕਰ ਸਕਦੇ ਹਾਂ ਲਾਈਫ ਨੂੰ ਬਿਲਕੁਲ ਤੇ ਉਹ ਉਨੀ ਡਿਜ਼ੋਲਵਡ ਆਕਸੀਜਨ ਹੀ ਰਹੂਗੀ, ਉਸ ਤੋਂ ਜ਼ਿਆਦਾ ਨਹੀਂ ਕਰ ਸਕਦੇ, ਇੱਕ ਲਿਮਿਟ ਤੱਕ ਹੈ। ਤੇ ਉਹ ਜਦੋਂ ਮੋਲੈਸਿਸ ਜਾਂ ਕੋਈ ਵੀ ਆਰਗੈਨਿਕ ਮੈਟਰ ਐਡ ਹੁੰਦਾ ਹੈ ਤਾਂ ਉਹਦੇ ਨਾਲ ਡਿਜ਼ੋਲਵਡ ਆਕਸੀਜਨ ਘਟਣੀ ਸ਼ੁਰੂ ਹੋ ਜਾਂਦੀ ਹੈ, ਜਿਹਦੇ ਕਰਕੇ ਫਿਸ਼ ਨੂੰ ਸਾਹ ਲੈਣ ਦੀ ਦਿੱਕਤ ਆਉਂਦੀ ਹੈ। ਇਹ ਤੁਸੀਂ ਅਕਸਰ ਮਤਲਬ ਆਪਾਂ ਪਿੰਡ ਦੇ ਟੋਬਿਆਂ 'ਚ ਵੀ ਦੇਖ ਲੈਂਦੇ ਹਾਂ, ਜਦੋਂ ਪਾਣੀ ਦਾ ਲੈਵਲ ਘਟਿਆ ਹੁੰਦਾ ਗਰਮੀਆਂ ਦੇ ਵਿੱਚ ਤਾਂ ਮੱਛੀਆਂ ਅਕਸਰ ਜੰਪ ਕਰਦੀਆਂ ਨੇ। ਹਾਂ ਤੇ ਆਕਸੀਜਨ ਉਹ ਆਕਸੀਜਨ ਦੇ ਮਾਰੀ ਉਹ ਮਤਲਬ ਆਕਸੀਜਨ ਨੂੰ ਪੂਰਾ ਕਰਨ ਦੇ ਲਈ ਉਹ ਕਰਦੀਆਂ ਨੇ ਇਸ ਤਰ੍ਹਾਂ। ਮੈਂ ਇਹਨੂੰ 'ਚ ਇੱਕ ਹੋਰ ਬਹੁਤ ਵਧੀਆ ਜਦੋਂ ਤੁਸੀਂ ਪੁਆਇੰਟ ਦੱਸਿਆ ਚ ਐਡ ਔਨ ਕਰਦਾ ਕਿ ਜਿਹੜੀਆਂ ਪਹਾੜਾਂ ਦੇ ਵਿੱਚ ਨਦੀਆਂ ਹੁੰਦੀਆਂ ਨੇ, ਉਹ ਜਦੋਂ ਪੱਥਰਾਂ ਦੇ ਵਿੱਚੋਂ ਲੰਘਦੀਆਂ ਨੇ ਤੇ ਉਹ ਰੈਪਿਡ ਵਾਟਰ ਜਿਹਨੂੰ ਕਹਿੰਦੇ ਆ ਜਾਂ ਵਾਈਟ ਵਾਟਰ ਕਹਿੰਦੇ ਆ, ਤੇ ਜਦੋਂ ਪਾਣੀ ਜਦੋਂ ਪੱਥਰਾਂ ਨਾਲ ਵੱਜਦਾ ਤੇ ਉਹ ਮੱਥਦਾ ਪਾਣੀ ਉੱਥੇ, ਜਿਵੇਂ ਮਧਾਣੀ ਵਿੱਚ ਆਪਾਂ ਦਹੀਂ ਜਾਂ ਦੁੱਧ ਰੜਕੀ ਦਾ, ਉਹ ਬਿਲਕੁਲ ਉਹੀ ਇਫੈਕਟ ਹੁੰਦਾ ਹੈ। ਤੇ ਉਹਦੇ ਵਿੱਚ ਏਅਰੇਸ਼ਨ ਹੋਣ ਕਰਕੇ ਜਿਹੜੇ ਅੰਦਰ ਜੀਵ ਬੈਠੇ ਨੇ, ਇਹ ਆਕਸੀਜਨ ਜਿਹੜੀ ਆ ਉਹ ਪਾਣੀ 'ਚ ਐਡ ਹੁੰਦੀ ਆ। ਇਹਦੀ ਇੱਕ ਹੋਰ ਐਗਜ਼ਾਮਪਲ ਜਿਹੜੀ ਆਪਾਂ ਘਰੇਲੂ ਐਗਜ਼ਾਮਪਲ ਹੈ ਉਹ ਹੈਗੀ ਆ ਜੀ, ਜਿਵੇਂ ਫਿਸ਼ ਐਕੁਏਰੀਅਮ ਟੈਂਕ ਰੱਖੇ ਹੁੰਦੇ ਲੋਕਾਂ ਨੇ, ਉਹਦੇ ਵਿੱਚ ਆਪਾਂ ਵਾਟਰ ਪੰਪ ਜਿਹੜਾ ਉਹ ਏਅਰ ਪੰਪ ਲਾਉਂਦੇ ਆ ਤਾਂ ਕਿ ਉਹਦੇ ਵਿੱਚ ਜਿਹੜੇ ਬੁਲਬੁਲੇ ਨਿਕਲਦੇ ਨੇ ਉਹ ਹਵਾ ਨੂੰ ਜਿਹੜਾ ਉਸ ਪਾਣੀ ਦੇ ਵਿੱਚ ਮਿਲਾਉਂਦੇ ਨੇ, ਉਹ ਆਕਸੀਜਨ ਮਿਲਦੀ ਆ। ਅਤੇ ਜਿਹੜੇ ਵਿੱਚ ਮੱਛੀਆਂ ਰੱਖੀਆਂ ਜਾਂ ਤੁਸੀਂ ਹੋਰ ਐਕੁਆਟਿਕ ਜਿਹੜੇ ਜਾਨਵਰ ਰੱਖੇ ਨੇ, ਉਹ ਉੱਥੋਂ ਉਹਨਾਂ ਏਅਰ ਪੰਪ ਤੋਂ ਉਹਨਾਂ ਬੁਲਬੁਲਿਆਂ ਤੋਂ ਆਪਦੀ ਆਕਸੀਜਨ ਸਪਲਾਈ ਲੈਂਦੇ ਆ। ਅਤੇ ਸੇਮ ਉਸੇ ਤਰੀਕੇ ਨਾਲ ਇੱਥੇ ਆਈਏ ਹੁਣ ਪੰਜਾਬ ਦੇ ਵਿੱਚ ਜਿਹੜਾ ਪੱਥਰ ਵਾਲੀ ਜਿਹੜਾ ਲੈਂਡਸਕੇਪ ਹੈ ਜੀ ਉਹ ਪੱਧਰ ਹੈ, ਅਤੇ ਇੱਥੇ ਉੱਦਾਂ ਦਾ ਪਹਾੜ 'ਚ ਜਿਵੇਂ ਹੁੰਦਾ ਹੈ ਕਿ ਪੱਥਰਾਂ ਨਾਲ ਵੱਜ ਕੇ ਉਹ ਮਧਾਣੀ ਵਾਲਾ ਕੰਮ ਜਿਹੜਾ ਪਾਣੀ ਨਾਲ ਉਹ ਨਹੀਂ ਹੁੰਦਾ। ਅਤੇ ਇੱਥੇ ਆਕਸੀਜਨ ਦੀ ਜਿਹੜੀ ਡਿਜ਼ੋਲਵ ਆਕਸੀਜਨ ਹੈ ਨਾ ਜੀ, ਉਹਦੀ ਇੱਕ ਅਮਾਊਂਟ ਜਿਹੜੀ ਲਿਮਿਟਡ ਹੋ ਜਾਂਦੀ ਹੈ। ਉਹਦੇ ਵਿੱਚ ਜਿਹੜੀ ਪਹਾੜ ਤੋਂ ਆਈ ਹੈ, ਉਸ ਤੋਂ ਬਾਅਦ ਇਹਦੇ ਵਿੱਚ ਉਸ ਤਰੀਕੇ ਨਾਲ ਆਕਸੀਜਨ ਦੀ ਡਿਮਾਂਡ ਜਿਹੜੀ ਡਿਜ਼ੋਲਵ ਜਿਹੜੀ ਅਮਾਊਂਟ ਆ ਉਹ ਵੱਧਦੀ ਨਹੀਂ, ਮਤਲਬ ਕਾਂਸਟੈਂਟ ਰਹਿੰਦੀ ਹੈ, ਘਟ ਜਾਂਦੀ ਕਿਉਂਕਿ ਜਾਨਵਰ ਨੇ ਉਹ ਕੰਜ਼ਿਊਮ ਕਰਦੇ ਆ। ਹੁਣ ਮੋਲੈਸਿਸ ਜਦੋਂ ਐਡ ਕਰਾਂਗੇ, ਜਿਹੜੀ ਆਕਸੀਜਨ ਜਿਹੜੇ ਇੱਥੋਂ ਦੇ ਅੰਦਰ ਵਾਲੇ ਜੀਵ ਜੰਤੂਆਂ ਦੇ ਲਈ ਆ, ਉਹਨੂੰ ਮੋਲੈਸਿਸ ਕੰਜ਼ਿਊਮ ਕਰ ਦਿੰਦੇ ਨੇ ਜਾਂ ਖਾ ਜਾਂਦੇ ਨੇ, ਡੀਕੰਪੋਜ਼ ਹੋ ਜਾਂਦੇ ਕਰਨ ਦੇ ਲਈ। ਅਤੇ ਇਸ ਕਰਕੇ BOD ਜਿਹੜੀ ਉਹਦੀ ਜਿਹੜਾ ਉਹਦਾ ਜਿਹੜਾ ਨੰਬਰ ਹੈ ਅਮਾਊਂਟ ਹੈ ਉਹ ਵੱਧ ਜਾਂਦਾ, ਅਤੇ ਡਿਮਾਂਡ ਜਿਹੜੀ ਹੈ ਵੱਧ ਜਾਂਦੀ ਹੈ, ਅਤੇ ਪੰਛੀਆਂ ਦੇ ਲਈ ਅਵੇਲੇਬਲ ਜਿਹੜੀ ਆਕਸੀਜਨ ਹੈ ਉਹ ਘੱਟ ਜਾਂਦੀ ਹੈ, ਜਾਂ ਮੱਛੀਆਂ ਲਈ। ਅਤੇ ਇਸ ਕਰਕੇ ਉਹ ਦਮ ਘੁੱਟਣ ਨਾਲ ਕਹਿ ਲਓ ਕਿ ਮਰ ਜਾਂਦੀਆਂ ਨੇ। ਇਹ ਪ੍ਰੋਬਲਮ ਜਿਹੜੀ ਇੱਥੇ ਹੋਈ ਸੀਗੀ, ਕਾਫੀ ਦਰਦਨਾਕ ਹਾਦਸਾ ਸੀ। ਅਤੇ ਇਸ ਤੋਂ ਬਾਅਦ ਸਰਕਾਰ ਨੇ ਜਾਂ NGT ਨੇ ਇਸ ਫੈਕਟਰੀ ਨੂੰ ਇਨੀਸ਼ੀਅਲੀ ਪਹਿਲਾਂ ਤਾਂ 25 ਲੱਖ ਦਾ ਜੁਰਮਾਨਾ ਪਾਇਆ, ਉਸ ਤੋਂ ਬਾਅਦ ਸ਼ਾਇਦ 5 ਕਰੋੜ ਜਾਂ ਕੁਛ ਇੱਦਾਂ ਦੀ ਅਮਾਊਂਟ, ਮੈਨੂੰ ਸ਼ੋਰ ਨਹੀਂ ਹੈ, ਕੋਈ ਜੁਰਮਾਨਾ ਹੋਇਆ ਸੀ। ਅਤੇ ਉਹ ਜਿਹੜੀ ਅਮਾਊਂਟ ਦਾ ਜੁਰਮਾਨਾ ਸੀ, ਉਸ ਤੋਂ ਬਾਅਦ ਫਿਰ ਇਹਦੇ ਕਈ ਸਾਰੀ ਸੰਸਥਾਵਾਂ ਨੂੰ ਪ੍ਰੋਜੈਕਟ ਦਿੱਤੇ ਗਏ, ਜਿਨ੍ਹਾਂ 'ਚ ਇਹਨਾਂ ਨੇ ਇਸ ਨਦੀ ਦੇ ਪੂਰੇ ਸਟ੍ਰੈਚ ਦੇ ਉੱਪਰ ਪ੍ਰੋਜੈਕਟ ਚਲਾਏ ਅਤੇ ਨੰਬਰ ਆਫ ਸਪੀਸ਼ੀਜ਼ ਆਫ ਐਨੀਮਲਸ ਜਾਂ ਫਿਸ਼ਿਜ਼ ਬਾਰੇ ਇੱਕ ਸਰਵੇ ਕੀਤਾ ਗਿਆ। ਅਤੇ ਇਹ ਮੈਨੂੰ ਥੋੜ੍ਹਾ ਜਿਹਾ ਹੈਰਾਨੀ ਵਾਲੀ ਗੱਲ ਵੀ ਹੈ ਕਿ 21ਵੀਂ ਸਦੀ ਦੇ ਅਸੀਂ ਵਿੱਚ ਖੜ੍ਹੇ ਹਾਂ ਅਤੇ ਸਾਨੂੰ ਹਾਲੇ ਤੱਕ ਇਹ ਨਹੀਂ ਪਤਾ ਹੈ ਕਿ ਸਾਡੇ ਕੋਲ ਇੱਥੇ ਟੋਟਲ ਮੱਛੀਆਂ ਜਾਂ ਕਿੰਨੀਆਂ ਸਪੀਸ਼ੀਜ਼ ਹੈਗੀਆਂ ਨੇ। ਇਨਫੈਕਟ ਜਿਹੜੀ ਰਿਵਰ ਡਾਲਫਿਨ ਆ ਉਹ ਵੀ ਸਾਨੂੰ 2006 ਦੇ ਵਿੱਚ ਜਾ ਕੇ ਪਤਾ ਲੱਗੀ, ਜਦੋਂ ਕਿ ਸਾਨੂੰ ਨਾ ਪਤਾ ਲੱਗਦੀ ਸਾਨੂੰ ਲੋਕਾਂ ਤੋਂ ਪਤਾ ਲੱਗੀ ਸੀ ਉਹ ਵੀ। ਅਤੇ ਆਹ ਜਿਹੜਾ ਪਾਣੀ ਹੈ ਇੱਥੇ ਮੈਂ ਦੇਖਦਾ ਕਿ 4 ਸਾਲ ਪਹਿਲਾਂ ਇੱਥੇ ਮੈਂ ਰਿਵਰ ਸਮੂਥ ਕੋਟਿਡ ਰਿਵਰ ਆਟਰ ਵੀ ਮਿਲਦੇ ਆ। ਬੜੀ ਇਹ ਪੰਜਾਬ ਵਾਲੇ ਲੋਕਾਂ ਦੀ ਬੜੀ ਇੱਕ ਵਧੀਆ ਖੁਸ਼ਖਬਰੀ ਹੈ ਅਤੇ ਮਾਣ ਵਾਲੀ ਗੱਲ ਹੈ ਕਿ ਸਾਡੇ ਇੱਥੇ ਰਿਵਰ ਆਟਰ ਜਿਹੜੇ ਨੇ ਮਿਲਦੇ ਨੇ, ਊਦ ਬਿਲਾਓ ਜਿਹਨਾਂ ਨੂੰ ਕਹਿ ਦਿੰਦੇ ਆ ਪਾਣੀ ਦੇ। ਅਤੇ ਇਹ ਪਹਾੜਾਂ ਦੇ ਵਿੱਚ ਜਿਮ ਕਾਰਬੇਟ ਨੈਸ਼ਨਲ ਪਾਰਕ 'ਚ ਜਾਓਗੇ, ਤੁਸੀਂ ਰਾਜਾ ਜੀ ਨੈਸ਼ਨਲ ਪਾਰਕ 'ਚ ਜਾਓਗੇ, ਹੋਰ ਹਿੰਦੁਸਤਾਨ ਦੀਆਂ ਜਾਂ ਦੁਨੀਆ ਦੀਆਂ ਬਹੁਤ ਵਧੀਆ ਜਿਹੜੀਆਂ ਸੁਚੱਜੀਆਂ ਵਾਈਲਡ ਲਾਈਫ ਹੈਬੀਟੈਟਸ ਨੇ ਜੀ, ਉੱਥੇ ਇਹ ਜਾਨਵਰ ਮਿਲਦਾ। ਸਾਡੇ ਕੋਲ ਇੱਥੇ ਹੈਗਾ ਅਤੇ ਸਾਨੂੰ ਇਹਦੀ ਬੜੀ ਕਦਰ ਕਰਨੀ ਚਾਹੀਦੀ ਹੈ, ਕੇਅਰ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਯਾਦਵਿੰਦਰ, ਆਪਾਂ ਹੁਣ ਗੱਲ ਕਰਨ ਲੱਗੇ ਹਾਂ ਜੀ ਇੰਦਰਾ ਕੈਨਾਲ ਦੀ, ਉਹਦੇ ਪੋਲਿਊਸ਼ਨ ਬਾਰੇ। ਅਸੀਂ ਸਤਲੁਜ ਦੇ ਬਾਰੇ ਗੱਲ ਕਰ ਲਈ, ਉੱਥੋਂ ਦਾ ਹੋਣ ਵਾਲੇ ਪੋਲਿਊਸ਼ਨ ਬਾਰੇ ਗੱਲ ਕਰ ਲਈ। ਤੁਸੀਂ ਮਾੜਾ ਜਿਹਾ ਦੱਸਣ ਦੀ ਮੈਨੂੰ ਕੋਸ਼ਿਸ਼ ਕਰੋ ਕਿ ਇਸ ਇੰਦਰਾ ਕੈਨਾਲ ਦੇ ਜਿਹੜੇ ਆਲੇ ਦੁਆਲੇ ਪੋਲਿਊਸ਼ਨ ਹੁੰਦਾ, ਜਿਹੜਾ ਰਿਵਰ ਦਾ ਪੋਲਿਊਸ਼ਨ ਹੈ, ਅਤੇ ਮੈਨੂੰ ਪਤਾ, ਮੈਂ ਸ਼ਾਇਦ ਦਰਸ਼ਕਾਂ ਨੂੰ ਦੱਸਦੀ ਹੈ ਕਿ ਇੰਦਰਾ ਕੈਨਾਲ ਜਿਹੜੀ ਹੈ ਇੱਕੋ ਇਕਲੌਤੀ ਕਹਿ ਲਓ ਕਿ ਕੈਨਾਲ ਹੈ ਜਿਹਦੇ ਆਸਰੇ ਰਾਜਸਥਾਨ ਦੇ ਬਹੁਤੇ ਕਹਿ ਲਓ ਕਿ ਪੱਛਮੀ ਅਤੇ ਉੱਤਰੀ ਜਿਹੜੇ ਜ਼ਿਲ੍ਹੇ ਨੇ, ਬੀਕਾਨੇਰ ਹੋ ਗਿਆ, ਕਈ ਹੋਰ ਹੋ ਗਏ, ਅਤੇ ਕਰੀਬਨ 7500 ਪਿੰਡ ਹੈ ਜਿਹੜਾ ਉਹ ਇੱਥੋਂ ਪਾਣੀ ਦੀ ਸਪਲਾਈ ਲੈਂਦਾ ਆਪਣੀ ਡੇਲੀ ਨੀਡ ਲਈ। ਅਤੇ ਇਸ ਪੋਲਿਊਸ਼ਨ ਦਾ ਉਹਨਾਂ 'ਤੇ ਕੀ ਇਫੈਕਟ ਹੋ ਰਿਹਾ? ਇਸ ਪੋਲਿਊਸ਼ਨ ਦਾ ਉਹਨਾਂ 'ਤੇ ਕਾਫੀ ਤਰੀਕੇ ਨਾਲ ਇਫੈਕਟ ਹੋ ਸਕਦਾ। ਸਗੋਂ ਸਰਕਾਰਾਂ ਨੂੰ ਚਾਹੀਦਾ ਕਿ ਪ੍ਰੋਪਰ ਰਿਸਰਚ ਕੰਡਕਟ ਕਰਨ, ਅਤੇ ਕਿਉਂਕਿ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ ਕਿ ਟੈਨਿੰਗ ਇੰਡਸਟਰੀ ਆ, ਡਾਈਇੰਗ ਇੰਡਸਟਰੀ ਆ, ਉਹਦੇ ਵਿੱਚੋਂ ਅਲੱਗ-ਅਲੱਗ ਹੈਵੀ ਮੈਟਲਸ ਨੇ
ਤੇ ਜਿਹੜੇ ਡਾਈਂਗ ਇੰਡਸਟਰੀ 'ਚ ਯੂਜ਼ ਹੁੰਦੇ ਨੇ, ਤੇ ਉਹ ਅਲਟੀਮੇਟਲੀ ਜਾਂ ਤਾਂ ਉਹਨਾਂ ਲੋਕਾਂ ਕੋਲ ਹੀ ਰਹੇ ਨੇ, ਉਹ ਕੰਜ਼ਿਊਮ ਕਰ ਰਹੇ ਨੇ ਉਹ ਪਾਣੀ ਨੂੰ। ਤੇ ਲੌਂਗ ਟਰਮ ਜਿਵੇਂ ਆਪਾਂ ਕਹਿ ਰਹੇ ਹਾਂ ਹੁਣ ਪੰਜਾਬ ਦੇ ਵਿੱਚ ਕੈਂਸਰ ਦੀ ਪ੍ਰੋਬਲਮ ਆ ਰਹੀ ਹੈ, ਜਾਂ ਹੋਰ ਕਈ ਆਪਾਂ ਕਹੀਏ ਬੱਚੇ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਕਈਆਂ ਦੇ ਅੰਗ ਨਹੀਂ ਹੁੰਦੇ, ਜਾਂ ਕੁਛ ਇਸ ਤਰ੍ਹਾਂ ਜੈਨੇਟਿਕ ਪ੍ਰੋਬਲਮਸ ਵੀ ਆ ਰਹੀਆਂ ਨੇ, ਤਾਂ ਉਹ ਸਾਰੇ ਇਸੇ ਪਾਣੀ ਕਰਕੇ ਇਫੈਕਟ ਹੋ ਰਹੇ ਨੇ। ਸੋ ਜੇ ਮੈਂ ਤਾਂ ਇਹ ਕਹੂੰਗਾ ਕਿ ਸਰਕਾਰਾਂ ਨੂੰ ਚਾਹੀਦਾ ਕਿ ਟਰੀਟ ਕਰਕੇ ਪ੍ਰੋਪਰਲੀ ਪਾਣੀ ਉਹ ਹੋਵੇ। ਪੀਣ ਵਾਲਾ ਤਾਂ ਚਲੋ ਕਰਦੀ ਨੇ ਟਰੀਟ, ਪਰ ਜਿਹੜਾ ਆਪਾਂ ਕਹੀਏ ਇਰੀਗੇਸ਼ਨ ਪਰਪਸ ਦੇ ਲਈ ਯੂਜ਼ ਹੁੰਦਾ ਉਹ ਤਾਂ ਜਾਈ ਡਾਇਰੈਕਟ ਹੀ ਰਿਹਾ ਨਾ, ਤੇ ਗਰੋ ਵੀ ਵਧੀਆ ਕਰਦੀਆਂ ਨੇ। ਬਿਲਕੁਲ। ਤੇ ਮੈਂ ਹੁਣ ਜਿਵੇਂ ਇਹ ਆਪਾਂ ਗੱਲ ਕੀਤੀ ਕਿ ਸਾਡੇ ਹੁਣ ਮੈਨੂੰ ਲੱਗਦਾ ਕਿ ਲੋਕਾਂ ਨੂੰ ਪਤਾ ਲੱਗਦਾ ਹੋਊਗਾ ਕਿ ਕਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਸਾਡੇ ਪੋਲਿਊਸ਼ਨ ਜਿਹੜੀ ਖਾਸ ਤੌਰ 'ਤੇ ਬੁੱਢੇ ਨਾਲੇ ਜਿਹਨੂੰ AKA ਗੰਦਾ ਨਾਲਾ ਜਿਹਨੂੰ ਕਹਿ ਦਿੰਦੇ ਨੇ ਅੱਜ ਕੱਲ੍ਹ, ਅਤੇ ਉਸ ਤੋਂ ਬਾਅਦ ਫਿਰ ਇੰਦਰਾ ਕਨਾਲ 'ਚ ਪਾਣੀ ਜਾ ਰਿਹਾ ਹੈ। ਇਹ ਪਾਣੀ ਲੁਧਿਆਣੇ ਤੋਂ ਸ਼ੁਰੂ ਹੋ ਕੇ ਜੀ ਕਰੀਬਨ 65 ਕਿਲੋਮੀਟਰ ਪੰਜਾਬ ਅਤੇ ਰਾਜਸਥਾਨ ਦੀ ਹੱਦ ਦੇ ਨਾਲ ਚੱਲਦਾ ਹੈ। ਮਤਲਬ ਅਸੀਂ ਇਹ 65 ਕਿਲੋਮੀਟਰ ਤੱਕ ਇਹ ਪਾਣੀ ਪੰਜਾਬ ਵੀ ਕੰਜ਼ਿਊਮ ਕਰਦਾ। ਬਿਲਕੁਲ। ਅਤੇ ਜਿਹਦੀ ਸਭ ਤੋਂ ਵੱਡੀ ਇੱਕ ਐਗਜ਼ਾਮਪਲ ਹੈ ਜੀ, ਅਸੀਂ ਇੱਕ ਪਾਸੇ ਤਾਂ ਪਾਣੀ ਦੀ ਇੱਕ ਨਹਿਰ ਬਣਾਈ ਹੋਈ ਹੈ ਜਿਹਦੇ ਵਿੱਚ ਅਸੀਂ ਡਾਈਂਗ ਇੰਡਸਟਰੀ ਦਾ ਅਨਟ੍ਰੀਟਡ ਪਾਣੀ ਛੱਡਿਆ ਹੋਇਆ, ਅਤੇ ਇਹਦੇ 'ਚ ਤੁਹਾਨੂੰ ਦੱਸਿਆ ਕਿ ਕਿੰਨਾ ਜ਼ਿਆਦਾ ਸੀਵੇਜ ਦਾ ਡਿਸਚਾਰਜ ਜਿਹੜਾ ਹੁੰਦਾ ਆਲਮੋਸਟ 20 ਲੱਖ ਲੀਟਰ ਜਿਹੜਾ ਪਾਣੀ ਦਾ ਡਿਸਚਾਰਜ ਹੋ ਜਾਂਦਾ ਹੈ ਅਤੇ ਹਰ ਰੋਜ਼, ਅਤੇ ਇਹ ਪਾਣੀ ਪੰਜਾਬ ਵੀ ਕੰਜ਼ਿਊਮ ਕਰ ਰਿਹਾ, ਜਿਹਦਾ ਪ੍ਰਤੱਖ ਜਿਹੜਾ ਸਬੂਤ ਹੈ ਜੀ ਉਹ ਕੈਂਸਰ ਟ੍ਰੇਨ ਹੈ ਬਿਲਕੁਲ ਜਿਹੜੀ ਚੱਲਦੀ ਹੈ। ਅਤੇ ਜੇ ਤੁਸੀਂ ਗੂਗਲ ਅਰਥ ਦੇ ਉੱਪਰ ਜਾਂ ਮੈਪ ਦੇ ਉੱਪਰ ਜਾ ਕੇ ਥੋੜ੍ਹਾ ਜਿਹਾ ਸਰਚ ਕਰੋ, ਤੁਹਾਨੂੰ ਪਤਾ ਲੱਗ ਜੂਗਾ ਕਿ ਨਦੀ ਦੇ ਆਲੇ ਦੁਆਲੇ ਰਹਿਣ ਵਾਲੇ ਵੱਸਣ ਵਾਲੇ ਜਿਹੜੇ ਪਿੰਡ ਸ਼ਹਿਰ ਨੇ, ਬਹੁਤੇ ਕੈਂਸਰ ਪੇਸ਼ੈਂਟ ਜਿਹੜੇ ਨੇ ਉਹ ਇਹਨਾਂ ਹੀ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਨੇ। ਅਤੇ ਸਾਡੀ ਸ਼ਾਇਦ ਸਾਰਿਆਂ ਦੀ ਇੱਕ ਰਿਸਪੋਂਸੀਬਿਲਿਟੀ ਬਣਦੀ ਹੈ। ਸਰਕਾਰ ਤਾਂ ਵਾਕਈ ਜਵਾਬਦੇਹ ਹੈ, ਜਿਹੜਾ ਸੀਵੇਜ ਦਾ ਪਾਣੀ ਹੈ ਬਿਨਾਂ ਟਰੀਟ ਕੀਤੇ ਹੋਏ ਛੱਡ ਰਹੀ ਹੈ। ਅਤੇ ਮੈਨੂੰ ਸ਼ਾਇਦ ਆਉਣ ਵਾਲੀ ਜਿਹੜੀ ਹੁਣ ਦੀ ਮੌਜੂਦਾ ਸਰਕਾਰ ਹੈ ਇੱਥੋਂ ਉਮੀਦ ਹੈ, ਇਹਨਾਂ ਨੇ ਟਰੀਟਮੈਂਟ ਪਲਾਂਟ ਤਾਂ ਲਾਏ ਨੇ ਅਤੇ ਇਹਨਾਂ ਦੇ ਵਿੱਚ ਵਚਨਬੱਧਤਾ ਵੀ ਦਿਖਦੀ ਹੈ, ਗੱਲ ਵੀ ਕਰਦੇ ਨੇ। ਅਤੇ ਲੋਕਾਂ ਦੀ ਜ਼ਿੰਮੇਵਾਰੀ ਇਹ ਬਣਦੀ ਹੈ, ਜਿਵੇਂ ਤੁਸੀਂ ਕਿਹਾ ਕਿ BOD ਦੀ ਗੱਲ ਕੀਤੀ ਅਤੇ ਤੁਸੀਂ ਡਿਜ਼ੋਲਵ ਆਕਸੀਜਨ ਦੀ ਗੱਲ ਕੀਤੀ, ਕਿ ਜਿਹੜਾ ਔਰਗੈਨਿਕ ਪਾਣੀ ਹੈ ਜਾਂ ਵੇਸਟ ਸਾਡਾ ਹੈਗਾ, ਕਿਚਨ ਵੇਸਟ ਹੈ ਜਿਹਨੂੰ ਕਹਿੰਦੇ ਆਪਾਂ, ਗਿੱਲਾ ਕੂੜਾ ਜਾਂ ਹੋਰ ਕਈ ਚੀਜ਼ਾਂ, ਅਸੀਂ ਕੋਸ਼ਿਸ਼ ਕਰੀਏ ਕਿ ਇਹਨਾਂ ਨੂੰ ਆਪਦੇ ਕਿਚਨ ਦੇ ਸੀਵੇਜ ਦੇ ਵਿੱਚ ਨਾ ਸਿੱਟੀਏ, ਇਸ ਨੂੰ ਅਸੀਂ ਸੋਲਿਡ ਤੌਰ 'ਤੇ ਰੱਖ ਲਈਏ। ਹੁਣ ਬੜੀ ਸਾਰੀ ਡਸਟਬਿਨਸ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਆਪਣੀ ਜਿਹੜਾ ਕਿਚਨ ਵੇਸਟ ਆ ਸਿੱਟੋ, ਅਤੇ ਉਹ ਤੁਹਾਨੂੰ 3 ਦਿਨਾਂ ਦੇ ਵਿੱਚ ਤੁਹਾਨੂੰ ਇੱਕ ਵਧੀਆ ਮੈਨਿਓਰ ਜਿਹੜੀ ਆ ਪ੍ਰੋਵਾਈਡ ਕਰ ਦਿੰਦੀ ਆ। ਤੁਸੀਂ ਆਪਦੇ ਘਰਾਂ ਵਿੱਚ ਗਮਲੇ ਰੱਖ ਸਕਦੇ ਹੋ ਛੋਟੇ ਮੋਟੇ, ਉਹਨਾਂ ਦੇ ਲਈ ਖਾਦ ਵਰਤ ਸਕਦੇ ਹੋ ਅਤੇ ਤੁਹਾਡਾ ਘਰ ਵੀ ਸੁੰਦਰ ਲੱਗੇਗਾ, ਅਤੇ ਜਿਹੜੇ ਪਾਣੀ ਦੇ ਵਿੱਚ ਔਰਗੈਨਿਕ ਜਿਹੜਾ ਮੈਟਰ ਹੈ ਉਹ ਨਹੀਂ ਜਾਏਗਾ। ਹੁਣ ਇੱਕ ਮੁੱਦਾ ਜਿਹੜਾ ਬਹੁਤ ਖੁਸ਼ਨੁਮਾ ਜਿਹੜੀ ਖਬਰ ਹੈ ਅਤੇ ਇੱਕ ਕੇਸ ਸਟੱਡੀ ਹੈ, ਉਹਦੇ ਬਾਰੇ ਗੱਲ ਕਰਦੇ ਹਾਂ, ਅਤੇ ਤੁਹਾਡੇ ਤੋਂ ਫਿਰ ਇਸ ਤੋਂ ਬਾਅਦ ਲਵਾਂਗੇ ਇਜਾਜ਼ਤ। ਸੰਤ ਸੀਚੇਵਾਲ, ਹਾਂਜੀ, ਅਤੇ ਉਹਨਾਂ ਦਾ ਕਾਲੀ ਮਈ ਉੱਪਰ ਚੱਲਦਾ ਪ੍ਰੋਜੈਕਟ। ਸੰਤ ਸੀਚੇਵਾਲ ਜਿਹੜੇ ਨੇ ਹੁਣ ਮੌਜੂਦਾ MP ਨੇ ਜੀ, ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਅਤੇ ਉਹ ਹੁਣ ਰਾਜ ਸਭਾ 'ਚ ਬੈਠਦੇ ਨੇ। ਅਤੇ ਉਹਨਾਂ ਨਾਲ ਜੁੜੀ ਹੋਈ ਇੱਕ ਜੋ ਬਹੁਤ ਵਧੀਆ ਖਬਰ ਹੈ ਜੀ, ਇਹ ਗੱਲ ਹੈ ਉਹ ਇਹ ਹੈ ਕਿ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨਾਲ ਰਿਲੇਟਿਡ ਜਿਹੜੀ ਨਦੀ ਹੈ ਜੀ, ਕਾਲੀ ਮਈ ਜਿਹਨੂੰ ਕਹਿੰਦੇ ਨੇ, ਉਹਦਾ ਪੂਰਾ ਕਹਿ ਲਓ ਕਿ ਉਧਾਰ ਕਰਤਾ, ਅਤੇ ਉਹ ਨਦੀ ਨੂੰ ਪੋਲਿਊਟਡ ਨਦੀ ਦੇ ਵਿੱਚੋਂ ਕੱਢ ਕੇ ਇਸ ਕੈਟੇਗਰੀ 'ਚ ਪਾਤਾ ਕਿ ਉੱਥੋਂ ਦਾ ਪਾਣੀ ਹੁਣ ਡਰਿੰਕੇਬਲ ਹੈ ਜਾਂ ਪੋਰਟੇਬਲ ਹੈ। ਹਾਂਜੀ। ਅਤੇ ਉਹਨਾਂ ਨੇ ਇਹ ਕੁਝ ਕਰੀਬਨ 2 ਦਹਾਕਿਆਂ ਤੋਂ ਲੱਗੇ ਹੋਏ ਸੀ ਇਸ ਕੰਮ ਦੇ ਪਿੱਛੇ, ਅਤੇ ਉਹਨਾਂ ਦਾ ਮਾਡਲ ਕਾਫੀ ਸਕਸੈਸਫੁਲ ਹੈ। ਅਤੇ ਸਾਡੇ ਕੋਲ ਇੱਕ ਪਾਸੇ ਜਿੱਥੇ ਪੰਜਾਬ ਦਾ ਘਾਣ ਹੋ ਰਿਹਾ ਹੈ ਪੋਲਿਊਸ਼ਨ ਦਾ ਕਰਕੇ, ਅਤੇ ਦੂਜੇ ਪਾਸੇ ਸਾਡੇ ਕੋਲ ਇੱਕ ਸੰਤ ਸਿਪਾਹੀ ਜਾਂ ਕਹਿ ਲਓ ਇੱਕ ਸੰਤ ਹੈ ਜਿਹੜਾ ਐਜ਼ ਏ ਸੋਲਜਰ ਇਨਵਾਇਰਮੈਂਟ ਦੀ ਪ੍ਰੋਟੈਕਸ਼ਨ ਦੇ ਲਈ ਲੱਗਿਆ ਹੋਇਆ। ਅਤੇ ਸਾਨੂੰ ਅਗਲੇ ਪੋਡਕਾਸਟ 'ਚ ਜਾਂ ਇਸ ਤੋਂ ਅਗਲੇ ਆਉਣ ਵਾਲੇ ਪੋਡਕਾਸਟ 'ਚ ਅਸੀਂ ਸੰਤ ਜੀ ਦੇ ਪ੍ਰੋਜੈਕਟ ਬਾਰੇ ਗੱਲ ਕਰਾਂਗੇ, ਅਤੇ ਉਹਨਾਂ ਨੇ ਇਹ ਕਾਮਯਾਬੀ ਕਿਵੇਂ ਹਾਸਿਲ ਕੀਤੀ, ਉਸ ਨਦੀ ਨੂੰ ਕਿਵੇਂ ਪਵਿੱਤਰ ਕੀਤਾ ਜਾਂ ਸਾਫ਼ ਕੀਤਾ, ਕਲੀਨ ਕੀਤਾ, ਇਹਦੇ ਬਾਰੇ ਅਸੀਂ ਜ਼ਰੂਰ ਗੱਲ ਕਰਾਂਗੇ। ਅਤੇ ਇਸ ਤੋਂ ਬਾਅਦ ਅਸੀਂ ਹੋਰ ਸਾਡੇ ਪੋਡਕਾਸਟ ਨੇ ਜੀ, ਜਿਹਦੇ ਵਿੱਚ ਅਸੀਂ ਇੰਡੀਆ ਦੀ ਅਤੇ ਕੈਨੇਡਾ ਦੀਆਂ ਗੱਲਾਂ ਕਰਾਂਗੇ। ਜਿੱਦਾਂ ਯਾਦ ਨੇ ਦੱਸਿਆ ਕਿ ਕੈਨੇਡਾ ਦੇ ਪਾਣੀ ਇੱਥੋਂ ਦਿਖਦੇ ਤਾਂ ਸਾਫ਼ ਨੇ ਜੀ ਫੋਟੋਆਂ ਦੇ ਵਿੱਚ, ਬਟ ਅਸਲ 'ਚ ਉਹ ਇੰਨੇ ਸਾਫ਼ ਹੈ ਨਹੀਂ। ਉਹਨਾਂ ਦੀਆਂ ਕਰੀਬਨ 80% ਜਿਹੜੀਆਂ ਨਦੀਆਂ ਨੇ ਜਾਂ ਵਾਟਰਸ਼ੈਡ ਏਰੀਆਜ਼ ਨੇ ਉਹ ਤਾਂ ਹਾਈਲੀ ਪੋਲਿਊਟਡ ਨੇ। ਅਤੇ ਇਹਦੇ ਉੱਪਰ ਹੁਣ ਪੋਡਕਾਸਟ ਲੰਬਾ ਹੋ ਜਾਊਗਾ ਜੇ ਆਪਾਂ ਗੱਲ ਕਰੀਏ, ਅਲੱਗ ਤੋਂ ਡਿਸਕਸ ਕੀਤਾ ਜਾ ਸਕਦਾ ਕਿ ਕੈਨੇਡਾ ਗਵਰਨਮੈਂਟ, ਕੈਨੇਡੀਅਨ ਗਵਰਨਮੈਂਟ ਕਿਵੇਂ ਟੈਕਲ ਕਰ ਰਹੀ ਹੈ ਇਸ ਚੀਜ਼ ਨੂੰ, ਅਤੇ ਕਿਵੇਂ ਉੱਥੋਂ ਦੇ ਲੋਕ ਵੀ ਸਮਝਦਾਰ ਨੇ ਆਪਾਂ ਇੱਥੋਂ ਦੇ ਮੁਤਾਬਕ ਆਪਾਂ ਕਹੀਏ ਕਿ ਕਿਉਂਕਿ ਉੱਥੇ ਸੈਗਰੀਗੇਸ਼ਨ ਹੈ ਕੂੜੇ ਦੀ ਵੀ, ਅਤੇ ਕੂੜਾ ਗਿੱਲਾ ਕੂੜਾ ਹੋ ਗਿਆ, ਬਾਕੀ ਆਪਣਾ ਰੀਸਾਈਕਲੇਬਲ ਹੋ ਗਿਆ, ਉਹ ਉੱਥੇ
ਪ੍ਰੋਪਰਲੀ ਹੈਗਾ, ਲੋਕਾਂ ਨੂੰ ਸਮਝ ਹੈ। ਬਿਲਕੁਲ। ਤਾਂ ਪਰ ਫਿਰ ਵੀ ਬਾਰੇ ਗੱਲ ਉਹੀ ਆ ਜਾਂਦੀ ਹੈ ਹਾਂ। ਕਿ ਡਿਵੈਲਪਮੈਂਟ ਹੋ ਰਹੀ ਹੈ ਤਾਂ ਹਾਂ। ਵੇਸਟ ਜਨਰੇਟ ਹੁੰਦਾ ਅਤੇ ਉਹਦੇ ਕਰਕੇ ਪ੍ਰੋਬਲਮਸ ਆਉਂਦੀਆਂ ਨੇ। ਬਿਲਕੁਲ। ਅਤੇ ਜਿਹੜੇ ਇਹ ਕੈਨੇਡੀਅਨ ਤਰੀਕੇ ਨੇ ਨਾ ਜੀ, ਇਹ ਆਪਣੇ ਆ ਪ੍ਰੋਬਲਮ ਟੈਕਲ ਕਰਨ ਦੇ, ਇਹਦੇ ਬਾਰੇ ਆਪਾਂ ਅਗਲੇ ਪੋਡਕਾਸਟ 'ਚ ਗੱਲ ਕਰਾਂਗੇ ਕਿ ਕੈਨੇਡਾ ਇਹਨਾਂ ਸੇਮ ਪ੍ਰੋਬਲਮਸ ਨੂੰ ਕਿਵੇਂ ਟੈਕਲ ਕਰਦਾ ਜਾਂ ਕਿਵੇਂ ਹੱਲ ਕਰ ਰਿਹਾ ਅਤੇ ਉੱਥੇ ਸਿਚੁਏਸ਼ਨ ਧਰਾਤਲ ਦੇ ਉੱਪਰ ਕਿਵੇਂ ਹੈ। ਬਿਲਕੁਲ ਠੀਕ ਹੈ ਯਾਦਵਿੰਦਰ ਜੀ, ਆਪਾਂ ਸਾਡਾ ਪੋਡਕਾਸਟ ਜਿਹੜੀ ਸੀਰੀਜ਼ ਹੈ ਜੀ, ਤੁਹਾਡੇ ਵੱਲੋਂ ਸਾਨੂੰ ਕਾਫੀ ਹੁੰਗਾਰਾ ਮਿਲ ਰਿਹਾ ਇਹਦੇ ਉੱਤੇ। ਤੁਸੀਂ ਆਪਣੇ ਸਵਾਲ ਸਾਨੂੰ ਭੇਜਦੇ ਰਹੋ, ਸਾਨੂੰ ਪੁੱਛਦੇ ਰਹੋ, ਸਾਨੂੰ ਦੱਸਦੇ ਰਹੋ, ਸਾਨੂੰ ਗਾਈਡ ਕਰੋ। ਜੇ ਤੁਹਾਡੇ ਇਲਾਕੇ ਨਾਲ ਰਿਲੇਟਡ ਕੋਈ ਪ੍ਰੋਬਲਮ ਹੈਗੀ ਆ ਜਿਹਦੇ 'ਤੇ ਤੁਸੀਂ ਸਾਨੂੰ ਜਾਣੂ ਕਰਾਉਣਾ ਚਾਹੁੰਦੇ ਹੋ ਅਤੇ ਤੁਸੀਂ ਉਹਦੇ ਉੱਪਰ ਕੋਈ ਸਾਇੰਟੀਫਿਕ ਗੋਸ਼ਟੀ ਜਾਂ ਉਹਦੇ ਸਲਾਹ ਜਾਂ ਕੋਈ ਸਾਡੇ ਨਾਲ ਕੋਈ ਵਿਚਾਰ ਵਟਾਂਦਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪਲੀਜ਼ ਕਮੈਂਟਸ ਦੇ ਵਿੱਚ ਕਰ ਸਕਦੇ ਹੋ। ਬਾਕੀ ਈਮੇਲ ਜਿਹੜੀ ਅਸੀਂ ਆਪਣੇ ਡਿਸਕ੍ਰਿਪਸ਼ਨ ਵਿੱਚ ਦੇ ਦਾਂਗੇ। ਧੰਨਵਾਦ। ਧੰਨਵਾਦ ਜੀ, ਥੈਂਕ ਯੂ ਜੀ।